ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵਿਸ਼ੇ ਤੇ ਗੱਲ ਕਰਨੀ ਹੈ ਬਿਲਕੁਲ ਤੇ ਉਹਦੇ ਵਿੱਚ ਸਾਰੇ ਭਾਗ ਲੈਣ ਤੇ ਅਸੀਂ ਲੋਕਾਂ ਨੂੰ ਦਿਖਾਈਏ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਗੰਭੀਰ ਹਾਂ ਤੇ ਇੱਥੇ ਰਾਜਨੀਤੀ ਦੀ ਲੋੜ ਨਹੀਂ ਹੈਗੀ। ਇੱਥੇ ਸਾਰਿਆਂ ਦੇ ਸਾਂਝੇ ਹੋ ਕੇ ਚੱਲਣ ਦੀ ਗੱਲ ਆ ਜਾਂ ਉਸ ਮਸਲੇ ਨਾਲ ਨਜਿੱਠਣ ਦੀ ਲੋੜ ਹੈ। ਪੰਜਾਬ ਦੇ ਵਿੱਚ ਬਾਰਡਰ ਦੇ ਉੱਤੇ ਕਾਫੀ ਸਾਰੀ ਜਿਹੜੀ ਸੰਘਣੀ ਵਸੋਂ ਰਹਿੰਦੀ ਹੈ ਤੇ ਉਹਦੇ ਜਿਹੜੇ 50 ਕਿਲੋਮੀਟਰ ਜੇ BSF ਨੂੰ ਦਿੱਤੇ ਜਾਂਦੇ ਨੇ ਤੇ ਉੱਥੇ ਇੱਕ ਆਪਣੇ ਆਪ ਦੇ ਵਿੱਚ ਮੁਸ਼ਕਲ ਖੜੀ ਹੁੰਦੀ ਹੈ। ਇਸੇ ਤਰੀਕੇ ਨਾਲ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੈਪਟਨ ਸਾਹਿਬ ਨੇ ਉਹ ਖੇਤੀ ਵਾਲੇ ਕਾਨੂੰਨ ਰੱਦ ਕਰਕੇ ਤੇ ਜਿਹੜੀ ਮਤੇ ਦੀ ਕਾਪੀ ਸੀ ਉਹ ਗਵਰਨਰ ਸਾਹਿਬ ਨੂੰ ਭੇਜ ਦਿੱਤੀ ਸੀ। ਸਾਲ ਤੋਂ ਵੱਧ ਹੋ ਗਿਆ ਜੀ। ਉਹ ਪੱਕਾ ਗੱਲ ਹੈ ਕਿ ਉਹ ਗਵਰਨਰ ਸਾਹਿਬ ਦੇ ਟੇਬਲ ਦੇ ਉੱਤੇ ਕਿਤੇ ਧੂੜ ਚ ਪਈ ਹੋਣੀ। ਇਹ ਜਿਹੜੀ ਡਿਸਕਸ਼ਨ ਆ ਉਹਦੇ ਵਿੱਚ ਬਿਲੋ ਦਾ ਬੈਲਟ ਜਾਂ ਤੁਸੀਂ ਇਦਾਂ ਕਹੋ ਕਿ ਨੀਚੇ ਜਾ ਕੇ ਅਟੈਕ ਜਿਹੜਾ ਆ ਉਹ ਨਹੀਂ ਕੀਤਾ ਜਾਣਾ ਚਾਹੀਦਾ। ਕਹਿੰਦੇ ਆ ਪੰਜਾਬੀ 'ਚ ਕਿ ਜਾਦੂ ਉਹ ਜਿਹੜਾ ਸਿਰ ਚੜ ਬੋਲੇ, ਚਾਹੇ ਫਿਲਮਾਂ ਦਾ ਹੋਵੇ, ਚਾਹੇ ਕ੍ਰਿਕਟ ਦਾ ਹੋਵੇ ਤੇ ਚਾਹੇ ਸਿਆਸਤ ਦਾ ਹੋਵੇ ਤੇ ਜਾਂ ਫਿਰ ਲੇਡੀਜ਼ ਵਾਲਾ ਫੈਸ਼ਨ ਦਾ ਹੋਵੇ। ਮੇਰਾ ਮਸਲਾ ਬਿਲਕੁਲ ਕ੍ਰਿਕਟ ਨਾਲ ਕੋਈ ਦਵੇਸ਼ ਦਾ ਨਹੀਂ ਹੈ, ਪਰ ਮਸਲਾ ਇਹ ਆ ਕਿ ਇਵੇਂ ਦੇ ਹੀ ਟੂਰਨਾਮੈਂਟ ਬਾਕੀ ਖੇਡਾਂ ਨੂੰ ਲੈ ਕੇ ਵੀ ਹੋਣੇ ਚਾਹੀਦੇ ਨੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਲੋਕਲ ਫॉर ਵੋਕਲ ਦੀ ਗੱਲ ਕਰਦੇ ਨੇ ਤੇ ਜਦੋਂ ਨਾਲ ਦੀ ਨਾਲ ਫਿਰ ਪਿਛਲੇ 9 ਮਹੀਨਿਆਂ ਦੇ ਵਪਾਰ ਦੇ ਅੰਕੜੇ ਸਾਹਮਣੇ ਆਉਂਦੇ ਨੇ ਤੇ ਫਿਰ ਉਹ ਅੰਕੜੇ ਦੱਸਦੇ ਨੇ ਕਿ ਪਿਛਲੇ ਸਾਲ ਜਿਹੜਾ ਵਪਾਰ 45 ਤੋਂ 50 ਬਿਲੀਅਨ ਡਾਲਰ ਦਾ ਸੀ ਉਹ ਇਸ ਵਾਰ ਵੱਧ ਕੇ 100 ਬਿਲੀਅਨ ਡਾਲਰ ਦਾ ਹੋ ਗਿਆ। ਪਰ ਜਿੱਦਾਂ ਜਿੱਦਾਂ ਸਮਾਂ ਮੋਰੇ 24 ਦਾ ਨੇੜੇ ਆ ਰਿਹਾ, ਚੋਣਾਂ ਵੀ ਨੇੜੇ ਆ ਰਹੀਆਂ, ਉਸ ਦੇ ਨਾਲ ਦੀ ਨਾਲ ਇੱਥੇ ਜਿਹੜੇ ਹਾਲਾਤ ਆ ਉਹ ਚੰਗੇ ਹੋਣ ਦੀ ਬਜਾਏ ਬੀਤੇ ਕੁਝ ਦਿਨਾਂ ਦੇ ਵਿੱਚ ਖਰਾਬ ਹੁੰਦੇ ਨਜ਼ਰ ਆਏ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਲਈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ। ਬੀਤੇ ਕੱਲ ਕਾਂਗਰਸ ਵੱਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ। ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। IPL ਦੇ ਵਿੱਚ 2 ਨਵੀਆਂ ਟੀਮਾਂ ਦਾ ਐਲਾਨ ਹੋ ਗਿਆ ਹੈ ਤੇ ਮੁਹੰਮਦ ਸ਼ਮੀ T20 ਹਾਰਨ ਤੋਂ ਬਾਅਦ ਕਾਫੀ ਟ੍ਰੋਲ ਹੋਏ ਨੇ। ਕੀ ਅਸਰ ਹੋਇਆ ਉਹਨਾਂ ਤੇ? ਇਹਨਾਂ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਅਸੀਂ ਚਰਚਾ ਕਰਾਂਗੇ ਵਿਸਥਾਰ ਨਾਲ। ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। ਬੀਤੇ ਕੱਲ ਕਾਂਗਰਸ ਪਾਰਟੀ ਵੱਲੋਂ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਸੀ ਜਿਹਦੇ ਵਿੱਚ ਭਾਜਪਾ ਨੇ ਤਾਂ ਬਾਈਕਾਟ ਕਰਨਾ ਹੀ ਸੀ ਕਿਉਂਕਿ BSF ਦੇ ਨੂੰ ਦਿੱਤੇ ਵੱਧ ਅਧਿਕਾਰਾਂ ਨੂੰ ਲੈ ਕੇ ਇਹ ਪਾਰਟੀ ਜਿਹੜੀ ਹੈ ਇਹ ਮੀਟਿੰਗ ਬੁਲਾਈ ਗਈ ਸੀ ਜੀ। ਤੇ ਕੀ ਕਹਿਣਾ ਚਾਹੋਗੇ, ਕੀ ਨਤੀਜੇ ਦੇ ਸਾਹਮਣੇ ਆਏ ਸਰਬ ਪਾਰਟੀ ਮੀਟਿੰਗ ਦੇ? ਦੇਖੋ, ਜਦੋਂ ਕੋਈ ਸਟੇਟ ਗਵਰਨਮੈਂਟ ਸਰਬ ਪਾਰਟੀ ਮੀਟਿੰਗ ਬੁਲਾਉਂਦੀ ਆ ਤੇ ਉਹ ਉਹਨਾਂ ਦਾ ਜਿਹੜਾ ਇਨੀਸ਼ੀਏਟਿਵ ਇਹ ਹੁੰਦਾ ਕਿ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵਿਸ਼ੇ ਤੇ ਗੱਲ ਕਰਨੀ ਹੈ ਬਿਲਕੁਲ ਤੇ ਉਹਦੇ ਵਿੱਚ ਸਾਰੇ ਭਾਗ ਲੈਣ ਤੇ ਅਸੀਂ ਲੋਕਾਂ ਨੂੰ ਦਿਖਾਈਏ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਗੰਭੀਰ ਹਾਂ ਤੇ ਇੱਥੇ ਰਾਜਨੀਤੀ ਦੀ ਲੋੜ ਨਹੀਂ ਹੈਗੀ। ਇੱਥੇ ਸਾਰਿਆਂ ਦੇ ਸਾਂਝੇ ਹੋ ਕੇ ਚੱਲਣ ਦੀ ਗੱਲ ਆ ਜਾਂ ਉਸ ਮਸਲੇ ਨਾਲ ਨਜਿੱਠਣ ਦੀ ਲੋੜ ਹੈ ਜੀ। ਅਸੀਂ ਬੀਤੇ 'ਚ ਵੀ ਦੇਖਿਆ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਕੈਪਟਨ ਸਾਹਿਬ ਨੇ ਸਰਬ ਪਾਰਟੀ ਮੀਟਿੰਗ ਸੱਦੀ ਸੀ ਜਾਂ ਇੱਕ ਸਾਂਝਾ ਇਜਲਾਸ ਸੱਦਿਆ ਸੀ, ਵਿਸ਼ੇਸ਼ ਇਜਲਾਸ, ਉਹਦੇ ਵਿੱਚ ਵੀ BJP ਨੇ ਸ਼ਮੂਲੀਅਤ ਜਿਹੜੀ ਆ ਉਹ ਨਹੀਂ ਕੀਤੀ ਸੀ। ਨੈਸ਼ਨਲ ਪਾਰਟੀ ਆ, ਸਰਕਾਰ ਉਹਨਾਂ ਦੀ ਪਾਰਟੀ ਦੀ ਆ ਤੇ ਜਿਸ ਮੁੱਦੇ ਨੂੰ ਲੈ ਕੇ ਬਾਕੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਉਹ ਉਸ ਮੁੱਦੇ ਦਾ ਆਬਵੀਅਸਲੀ ਸਮਰਥਨ ਕਰਦੇ ਨੇ। ਬਿਲਕੁਲ। ਤੇ ਇਸ ਮੁੱਦੇ ਦਾ ਸਮਰਥਨ ਹੁਣ ਕੈਪਟਨ ਸਾਹਿਬ ਵੀ ਕਰਦੇ ਨੇ। ਉਹ ਇਸ ਅੱਜ ਦੀ ਡਿਸਕਸ਼ਨ ਦਾ ਵਿਸ਼ਾ ਨਹੀਂ ਹੈਗਾ ਵੈਸੇ। ਬਿਲਕੁਲ। ਸਰਬ ਪਾਰਟੀ ਮੀਟਿੰਗ ਇਸ ਤਰੀਕੇ ਨਾਲ ਵੀ ਉਹਨੂੰ ਦੇਖ ਸਕਦੇ ਹਾਂ ਕਿ ਕੇਂਦਰ ਸਰਕਾਰ ਦੇ ਉੱਤੇ ਇਸ ਗੱਲ ਦਾ ਇੱਕ ਪ੍ਰੈਸ਼ਰ ਵੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਬਾਰਡਰ ਸਟੇਟ ਹਾਂ, ਜਿਹੜੇ ਤੁਸੀਂ ਕਾਨੂੰਨ ਪਾਸ ਕੀਤੇ ਨੇ ਉਹ ਸਾਨੂੰ ਚੰਗੇ ਨਹੀਂ ਲੱਗੇ, ਅਸੀਂ ਉਹਦੇ ਨਾਲ ਸਹਿਮਤੀ ਜਿਹੜੀ ਆ ਉਹ ਨਹੀਂ ਪ੍ਰਗਟ ਕਰਦੇ ਤੇ ਅਸੀਂ ਆਪਣਾ ਜਿਹੜਾ ਵਿਰੋਧ ਆ ਉਹਦਾ ਪ੍ਰਗਟਾਵਾ ਕਰਦੇ ਹਾਂ। ਜਿਹੜੀ ਬਾਰਡਰ ਦੀ ਸਿਕਿਉਰਿਟੀ ਕਰਨੀ ਆ ਉਹ ਕੇਂਦਰ ਸਰਕਾਰ ਦੇ ਹੀ ਵਿਸ਼ੇ ਦੇ ਵਿੱਚ ਆਉਂਦੀ ਆ ਜੀ, ਪਰ ਉਹ ਸਿਕਿਉਰਿਟੀ ਦੀ ਜਿਹੜੀ ਸੀਮਾ ਆ ਉਹਨੂੰ ਕਿੱਥੇ ਤੱਕ ਲੈ ਕੇ ਜਾਣਾ। ਉਹਨਾਂ ਨੇ 15 ਕਿਲੋਮੀਟਰ ਦਾ ਏਰੀਆ BSF ਨੂੰ ਪਹਿਲਾਂ ਦਿੱਤਾ ਹੋਇਆ ਤੇ ਪੰਜਾਬ ਹੋਵੇ, ਚਾਹੇ ਗੁਜਰਾਤ ਹੋਵੇ, ਚਾਹੇ ਜੰਮੂ ਕਸ਼ਮੀਰ ਹੋਵੇ, ਚਾਹੇ ਰਾਜਸਥਾਨ ਹੋਵੇ, ਚਾਹੇ ਬੰਗਾਲ ਹੋਵੇ, ਜਿੰਨੀਆਂ ਵੀ ਬਾਰਡਰ ਸਟੇਟਸ ਆ ਸਾਰਿਆਂ ਲਈ ਇਹ ਨਿਯਮ ਲਾਗੂ ਕੀਤੇ। ਪਰ ਜਦੋਂ ਅਸੀਂ ਰਾਜਸਥਾਨ ਜਾਂ ਗੁਜਰਾਤ ਦੀ ਗੱਲ ਕਰਦੇ ਹਾਂ ਉਹਦੇ ਨਾਲ ਸੀਪੋਰਟ ਵੀ ਲੱਗਦਾ ਹੈ ਤੇ ਰਾਜਸਥਾਨ ਦਾ ਏਰੀਆ ਜਿਹੜਾ ਆ ਉਹ ਵੈਸੇ ਹੀ ਬਹੁਤ ਜ਼ਿਆਦਾ ਘੱਟ ਗਿਣਤੀ ਪੋਪੂਲੇਸ਼ਨ ਵਾਲਾ ਹੈ ਤੇ ਪੰਜਾਬ ਦੇ ਵਿੱਚ ਬਾਰਡਰ ਦੇ ਉੱਤੇ ਕਾਫੀ ਸਾਰੀ ਜਿਹੜੀ ਸੰਘਣੀ ਵਸੋਂ ਰਹਿੰਦੀ ਹੈ ਤੇ ਉਹਦੇ ਜਿਹੜੇ 50 ਕਿਲੋਮੀਟਰ ਜੇ BSF ਨੂੰ ਦਿੱਤੇ ਜਾਂਦੇ ਨੇ ਤੇ ਉੱਥੇ ਇੱਕ ਆਪਣੇ ਆਪ ਦੇ ਵਿੱਚ ਮੁਸ਼ਕਲ ਖੜੀ ਹੁੰਦੀ ਹੈ। ਸੈਂਟਰ ਤੇ ਸਟੇਟ ਦੀਆਂ ਫੋਰਸਸ ਦਾ ਕਲੈਸ਼ ਇੱਕ ਸਾਹਮਣੇ ਆਉਂਦਾ। ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ BJP ਲੀਡ ਗਵਰਨਮੈਂਟ ਜਿਹੜੀ ਹੈਗੀ ਆ ਉਹਦਾ ਇਹਦੇ ਪਿੱਛੇ ਮਨਸ਼ਾ ਜਿਹੜੀ ਆ ਉਹ ਬਾਰਡਰ ਨੂੰ ਸਿਕਿਉਰ ਕਰਨ ਨਾਲੋਂ ਜ਼ਿਆਦਾ ਸਟੇਟਸ ਦੇ
ਅਧਿਕਾਰਾਂ ਦੇ ਉੱਤੇ ਜਿਹੜੀ ਆ ਇੱਕ ਕੱਸ ਪਾਉਣ ਦਾ, ਹੋਰ ਉਹਨਾਂ ਨੂੰ ਕੱਸ ਕੇ ਰੱਖਣ ਦਾ, ਜਾਂ ਸਟੇਟਸ ਦੇ ਜਿਹੜੇ ਅਧਿਕਾਰ ਆ ਉਹਨਾਂ ਨੂੰ ਖੋਹਣ ਦੀ ਗੱਲ ਆ। ਅਸੀਂ ਹੋਰ ਚੰਗੀ ਤਰ੍ਹਾਂ ਜਾਣਦੇ ਹਾਂ ਬਹੁਤ ਸਾਰੀਆਂ ਗੱਲਾਂ ਨੂੰ ਕਿ ਬੀਤੇ ਦੇ ਵਿੱਚ ਜਦੋਂ ਵੀ ਕਾਂਗਰਸ ਸਰਕਾਰ ਹੁੰਦੀ ਸੀ ਸੱਤਾ ਦੇ ਵਿੱਚ ਤੇ ਬੀਜੇਪੀ ਆਪੋਜੀਸ਼ਨ ਦੇ ਵਿੱਚ ਬੈਠਦੀ ਸੀ, ਤੇ ਉਦੋਂ ਇਹੀ ਕਹਿੰਦੇ ਸੀ ਕਿ ਸੰਘੀ ਢਾਂਚਾ ਜਿਹੜਾ ਆ ਉਹਦੇ ਤੇ ਹਮਲਾ ਨਹੀਂ ਹੋਣਾ ਚਾਹੀਦਾ। ਪਰ ਇਹ ਪਤਾ ਨਹੀਂ ਕਿਹੜੀ ਕਹਾਣੀ ਆ, ਜਦੋਂ ਇਹ ਤਵੇ ਤੇ ਦੂਜਾ ਪਾਸਾ ਆਉਂਦਾ ਆ ਤੇ ਫਿਰ ਇਹਨਾਂ ਦੇ ਜਿਹੜੀ ਰਾਗ ਆ ਉਹ ਬਦਲ ਜਾਂਦੇ ਨੇ। ਬਿਲਕੁਲ। ਤੇ ਸੱਤਾ ਦੇ ਵਿੱਚ ਬੈਠਦੇ ਸਾਰੀ ਇਹ ਜਿਹੜੀ ਸੱਤਾ ਆ ਉਹਨੂੰ ਸਾਰੀ ਨੂੰ ਆਪਣੇ ਕਬਜ਼ੇ 'ਚ ਕਰਨ ਦੀ ਗੱਲ ਕਰਦੇ ਨੇ ਜੀ। ਇਹ ਤੇ ਉਸ BSF ਵਾਲੇ ਮੁੱਦੇ ਦੀ ਗੱਲ ਹੈ। ਸਰਬ ਪਾਰਟੀ ਮੀਟਿੰਗ ਦੀ ਜੇ ਮੈਂ ਗੱਲ ਕਰਾਂ ਤੇ ਉਹ ਬਿਲਕੁਲ ਇਸ ਤਰੀਕੇ ਦੇ ਨਾਲ ਹੀ ਬੁਲਾਈ ਗਈ ਸੀ ਕਿ ਅਸੀਂ ਉਹਦੇ ਤੇ ਗੱਲ ਕਰੀਏ, ਪਰ ਸਟੇਟ ਗਵਰਨਮੈਂਟ ਇਸ ਗੱਲ ਨੂੰ ਸਮਝਦੀ ਆ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਉਹਦੇ ਤੇ ਸ਼ਾਮਿਲ ਹੋਈਆਂ ਉਹ ਵੀ ਇਸ ਗੱਲ ਨੂੰ ਸਮਝਦੇ ਆ। ਉਹਦੇ 'ਚ ਲੋਕ ਦਿਖਾਵਾ ਤਾਂ ਹੈ ਕਿ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਅਸੀਂ ਸਾਰੇ ਧਿਰਾਂ ਨੇ ਸਿਰ ਜੋੜ ਕੇ ਇਹਦੇ ਤੇ ਬਹਿਸ ਕੀਤੀ, ਇਹਦੇ ਤੇ ਗੱਲ ਕੀਤੀ, ਇਹਦੇ ਲਈ 2 ਮਤੇ ਪਾਸ ਕੀਤੇ, ਪਰ ਉਹਨਾਂ ਮਤਿਆਂ ਦਾ ਰਿਜ਼ਲਟ ਕੀ ਨਿਕਲਣਾ ਜੀ। ਇਸੇ ਤਰੀਕੇ ਨਾਲ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੈਪਟਨ ਸਾਹਿਬ ਨੇ ਉਹ ਖੇਤੀ ਵਾਲੇ ਕਾਨੂੰਨ ਰੱਦ ਕਰਕੇ ਤੇ ਜਿਹੜੀ ਮਤੇ ਦੀ ਕਾਪੀ ਸੀ ਉਹ ਗਵਰਨਰ ਸਾਹਿਬ ਨੂੰ ਭੇਜ ਦਿੱਤੀ ਸੀ। ਸਾਲ ਤੋਂ ਵੱਧ ਹੋ ਗਿਆ ਜੀ। ਉਹ ਪੱਕਾ ਗੱਲ ਆ ਕਿ ਉਹ ਗਵਰਨਰ ਸਾਹਿਬ ਦੇ ਟੇਬਲ ਦੇ ਉੱਤੇ ਕਿਤੇ ਧੂੜ 'ਚ ਪਈ ਹੋਣੀ ਹੈ। ਬਿਲਕੁਲ। ਉਹ ਨਾ ਤੇ ਉਹਨਾਂ ਨੇ ਸਾਈਨ ਕਰਨੀ ਆ ਉਹਨਾਂ ਮਤਿਆਂ ਨੂੰ ਅਪਰੂਵਲ ਦੇਣੀ ਆ, ਤੇ ਨਾ ਹੀ ਉਹਨਾਂ ਨੇ ਉਹ ਸੈਂਟਰ ਗਵਰਨਮੈਂਟ ਤੱਕ ਭੇਜਣੀ ਆ ਜੀ। ਤੇ ਇਹਨਾਂ ਨੇ ਦੁਬਾਰਾ ਜ਼ਹਿਮਤ ਵੀ ਨਹੀਂ ਉਠਾਉਣੀ ਕਿ ਗਵਰਨਰ ਸਾਹਿਬ ਨੂੰ ਦੁਬਾਰਾ ਪੁੱਛੀਏ। ਹਾਲਾਂਕਿ ਜੇ ਦੁਬਾਰਾ ਪੁੱਛਣ ਜਾਂ ਦੂਸਰੀ ਵਾਰ ਭੇਜਣ ਤੇ ਉਹ ਇਸ ਕੰਮ ਲਈ ਬਾਉਂਡਡ ਨੇ ਕਿ ਉਹਨਾਂ ਨੂੰ ਅੱਗੇ ਜ਼ਰੂਰ ਭੇਜਣੀ ਪੈਣੀ ਆ ਜੀ। ਪਰ ਸਰਬ ਪਾਰਟੀ ਮੀਟਿੰਗ ਚੰਗੀ ਗੱਲ ਆ ਕਿ ਤੁਸੀਂ ਸਿਰ ਜੋੜ ਕੇ ਉਹਦੇ ਤੇ ਵਿਚਾਰ ਵਿਮਰਸ਼ ਕੀਤਾ ਤੇ ਕੋਈ 2 ਮਤੇ ਪਾਸ ਕੀਤੇ। ਫਿਰ ਹੁਣ ਮਤੇ ਪਾਸ ਇਹੀ ਕੀਤੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਾਂਝਾ ਇਜਲਾਸ ਜਿਹੜਾ ਆ, ਇੱਕ ਸਪੈਸ਼ਲ ਸੈਸ਼ਨ ਇਸ ਗੱਲ ਨੂੰ ਲੈ ਕੇ ਸੱਦਦੇ ਆ ਵਿਧਾਨ ਸਭਾ ਦਾ। ਤੇ ਹਾਲੇ ਤੱਕ ਸਰਦ ਰੁੱਤ ਦਾ ਸੈਸ਼ਨ ਇਹਨਾਂ ਨੇ ਸੱਦਿਆ ਨਹੀਂ, ਬਿਲਕੁਲ ਉਹ ਪੈਂਡਿੰਗ ਪਿਆ। ਮੇਰਾ ਖਿਆਲ ਆ ਬਜਟ ਵਾਲਾ ਸੈਸ਼ਨ ਜਿਹੜਾ ਆ ਉਹਦੇ ਤੇ ਵੀ ਥੋੜੀ ਜੀ ਕਾਰਵਾਈ ਹੋਈ। ਅਸੀਂ ਚੰਗੇ ਲੰਬੇ ਤੇ ਉਸਾਰੂ ਸੈਸ਼ਨਸ ਦੀ ਉਮੀਦ ਕਰਦੇ ਹਾਂ ਲੋਕਤੰਤਰ ਦੇ ਵਿੱਚ, ਬਿਲਕੁਲ, ਕਿ ਇੱਕ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਮਹੀਨਾ 2 ਮਹੀਨੇ ਬੈਠਣ ਸਾਰੇ MLAs, ਰਾਦਰ ਦੈਨ ਇਹ ਗੱਡੀਆਂ ਆਪਣੇ ਹਲਕਿਆਂ 'ਚ ਘੁਮਾਈ ਫਿਰਦੇ ਆ ਵੋਟਾਂ ਲੈਣ ਲਈ। ਇਹ ਉੱਥੇ ਬੈਠ ਕੇ ਹਰ ਇੱਕ ਗੱਲ ਦੇ ਉੱਤੇ, ਹਰ ਮਸਲੇ ਦੇ ਉੱਤੇ, ਹਰ ਹਲਕੇ ਦੀਆਂ ਸਮੱਸਿਆਵਾਂ ਦੇ ਉੱਤੇ ਬੈਠ ਕੇ ਨਿੱਟ ਕੇ ਡਿਸਕਸ਼ਨਸ ਕਰਨ ਤੇ ਉਹਦੇ 'ਚੋਂ ਕੁਝ ਕੱਢਣ ਜੀ। ਹੁਣ ਵਿਸ਼ੇਸ਼ ਇਜਲਾਸ ਦੇ ਦੌਰਾਨ ਵੀ ਇਹਨਾਂ ਨੇ ਇਹੀ ਗੱਲ ਕੀਤੀ ਆ ਕਿ ਅਸੀਂ BSF ਨੂੰ ਵੱਧ ਅਧਿਕਾਰ ਦੇਣ ਦਾ ਜਿਹੜਾ ਮਤਾ ਆ ਉਹਦੀ ਵਿਰੋਧ ਕਰਾਂਗੇ, ਉਹਦੇ ਵਿਰੋਧ 'ਚ ਮਤਾ ਪਾਵਾਂਗੇ, ਤੇ ਨਾਲ ਦੀ ਨਾਲ ਜਿਹੜੇ ਕਿਸਾਨੀ ਬਿੱਲ ਆ ਉਹਨਾਂ ਨੂੰ ਰੱਦ ਕਰਾਂਗੇ। ਪਹਿਲਾਂ ਰੱਦ ਕੀਤੇ ਜਾ ਚੁੱਕੇ ਨੇ, ਉਹਦੇ ਤੇ ਦੋਹਰ ਪਾਉਣ ਵਾਲੀ ਹੀ ਗੱਲ ਆ। ਤੇ ਦੂਸਰੀ ਗੱਲ ਇਹ ਆ ਕਿ ਉਹ ਰੱਦ ਕਰਨ ਤੋਂ ਬਾਅਦ ਵੀ ਸਰਕਾਰ ਜਿਹੜੀ ਕੇਂਦਰ ਦੀ ਆ ਉਹ ਅੱਜ ਤੱਕ ਜਿੰਨੇ ਵੀ ਉਹਨਾਂ ਨੇ ਕੰਮ ਕੀਤੇ ਨੇ ਕਿਸੇ ਵੀ ਚੀਜ਼ ਦੇ ਉੱਤੇ ਲੈ ਕੇ, ਚਾਹੇ ਉਹ ਗਲਤ ਕੀਤਾ ਹੋਵੇ ਉਹਨਾਂ ਨੇ, ਚਾਹੇ ਸਹੀ ਕੀਤਾ ਹੋਵੇ, ਉਹਨਾਂ ਨੇ ਕਦੇ ਦੁਬਾਰਾ ਉਹਨੂੰ ਰਿਵਿਊ ਕਰਨ ਦੀ ਜਿਹੜੀ ਗੱਲ ਆ ਉਹ ਨਾ ਸੋਚੀ ਆ, ਨਾ ਸੁਣੀ ਆ, ਤੇ ਨਾ ਮੰਨੀ ਆ ਜੀ। ਸ਼ਰਮਾ ਜੀ, ਤੁਹਾਨੂੰ ਲੱਗਦਾ ਕਿ ਕੱਲ ਸਰਬ ਪਾਰਟੀ ਮੀਟਿੰਗ ਜਿਹੜੀ ਸੱਦੀ ਗਈ ਉਹ ਤਾਂ ਪੰਜਾਬ ਦੇ ਜਿਹੜੇ 13 ਨੁਕਾਤੀ ਮੁੱਦਿਆਂ ਨੂੰ ਲੈ ਕੇ ਸੱਦੀ ਗਈ, ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਅਰੂਸਾ ਆਲਮ ਦਾ ਜਿਹੜਾ ਇਸ ਵੇਲੇ ਕਿੱਸਾ ਹੈ ਉਹ ਸਾਰੇ ਪਾਸੇ ਜ਼ਿਆਦਾ ਭਾਰੀ ਹੋਇਆ ਪਿਆ, ਇਹਦੇ ਬਜਾਏ ਕਿ ਪੰਜਾਬ ਦੇ ਜਿਹੜੇ ਉਹ 13 ਨੁਕਾਤੀ ਏਜੰਡਾ ਸੀਗਾ ਉਹਦੇ ਤੇ ਡਿਸਕਸ ਕੀਤੀ ਜਾਵੇ? ਮੈਨੂੰ ਲੱਗਦਾ ਕਿ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਕਿਸੇ ਚੀਜ਼ ਦੀ ਵੀ ਅਸੀਂ ਗੱਲ ਕਰੀਏ, ਤਾਂ ਉਹ ਅਰੂਸਾ ਆਲਮ ਤੇ ਕੈਪਟਨ ਦੇ ਨਾਲ ਭਰਿਆ ਪਿਆ। ਬਿਲਕੁਲ ਤੁਹਾਡੀ ਗੱਲ ਠੀਕ ਆ। ਉਹ ਸਰਬ ਪਾਰਟੀ ਮੀਟਿੰਗ ਹੋਣਾ ਇੱਕ ਚੰਗਾ ਸ਼ਗਨ ਆ ਕਿ ਸਾਰੀਆਂ ਧਿਰਾਂ ਨਿੱਠ ਕੇ ਬੈਠ ਕੇ ਡਿਸਕਸ਼ਨ ਕਰਦੀਆਂ, ਪਰ ਉਹਦਾ ਕੋਈ ਰਿਜ਼ਲਟ ਆਉਂਦਾ ਨਜ਼ਰ ਨਹੀਂ ਲੱਗਦਾ। ਉਸ ਰਿਜ਼ਲਟ ਨੂੰ ਆਉਣ ਲਈ ਤੇ 24 ਤੱਕ ਇੱਕ ਮਜ਼ਬੂਤ ਵਿਰੋਧੀ ਧਿਰ ਬਣਾ ਕੇ ਲੜਿਆ ਜਾਵੇ, ਤੇ 24 ਦੇ ਵਿੱਚ ਜੇਕਰ ਤੁਸੀਂ ਜਿੱਤ ਪ੍ਰਾਪਤ ਕਰ ਲਓ ਤੇ ਚੰਗੀ ਗੱਲ ਹੈ, ਨਹੀਂ ਤਾਂ ਘੱਟੋ ਘੱਟ ਉਹਨਾਂ ਦੀਆਂ ਸੀਟਾਂ ਇੰਨੀਆਂ ਕੁ ਘਟਣ ਕਿ ਉਹਨਾਂ ਨੂੰ ਅਗਲੀ ਵਾਰ ਕੋਈ ਕਾਨੂੰਨ ਬਣਾਉਣ ਲੱਗਿਆ ਡਰ ਜ਼ਰੂਰ ਲੱਗੇ ਕਿ ਇਹ ਪਾਸ ਹੋਵੇਗਾ ਕਿ ਨਹੀਂ ਹੋਵੇਗਾ, ਚਾਹੇ ਉਹ ਲੋਕ ਸਭਾ 'ਚ ਹੋਵੇ ਚਾਹੇ ਉਹ ਰਾਜ ਸਭਾ 'ਚ ਵਿੱਚ ਹੋਵੇ। ਜਿਹੜੀ ਤੁਸੀਂ ਗੱਲ ਕੀਤੀ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੰਜਾਬ ਦੀ ਅਗਲੇ ਮੁੱਦੇ ਦੀ, ਉਹਦੇ 'ਚ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਇੱਕ ਯੂਜ਼ਲੈਸ, ਇੱਕ ਬੇਸਲੈਸ ਡਿਸਕਸ਼ਨ ਜਿਹੜੀ ਆ ਉਹ ਔਨ ਦਾ ਫਲੋਰ ਆ ਜੀ। 13 ਕਹਿ ਲਓ, 5 ਕਹਿ ਲਓ, 14 ਕਹਿ ਲਓ, 18 ਕਹਿ ਲਓ, 24 ਕਹਿ ਲਓ, ਪੰਜਾਬ ਦੇ ਵਿੱਚ ਮੁੱਦਿਆਂ ਦੀ ਕੋਈ ਕਮੀ ਨਹੀਂ। ਬਿਲਕੁਲ। ਡਰੱਗ ਤੋਂ ਲੈ ਕੇ ਰੇਤਾ ਤੱਕ, ਤੁਹਾਡੀ ਜਿਹੜੀ ਹੈਗੀ ਆ ਗਵਰਨੈਂਸ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਤੱਕ, ਭਰਤੀਆਂ ਤੋਂ ਲੈ ਕੇ ਹੜਤਾਲਾਂ ਤੱਕ, ਤੇ ਬੇਅਦਬੀ ਤੋਂ ਲੈ ਕੇ ਨਵੀਆਂ ਚੋਣਾਂ ਤੱਕ ਮੁੱਦੇ ਹੀ ਮੁੱਦੇ ਨੇ। ਬਿਲਕੁਲ। ਪਰ ਉਹਨਾਂ ਮੁੱਦਿਆਂ ਤੋਂ ਇਲਾਵਾ ਸਭ ਤੋਂ ਜਿਹੜਾ ਛਾਇਆ ਹੋਇਆ ਮੁੱਦਾ ਹੈ ਉਹ ਇੱਕ ਸਾਬਕਾ ਮੁੱਖ ਮੰਤਰੀ ਦੇ ਇੱਕ ਦੂਜੇ ਦੇਸ਼ ਦੀ ਔਰਤ ਦੇ ਨਾਲ ਦੋਸਤੀ ਜਾਂ ਸਬੰਧਾਂ ਦੀ ਜਿਹੜੀ ਚਰਚਾ ਹੈ ਉਹ ਸਾਰਿਆਂ ਨੇ ਛਿੜੀ ਹੋਈ ਹੈ ਜੀ। ਉਹਨੂੰ ਲੈ ਕੇ ਹਰ ਕੋਈ ਬੰਦਾ ਬੋਲਣਾ ਚਾਹੁੰਦਾ, ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ। ਪਰ ਮੈਂ ਐਜ਼ ਐਨ ਇੱਕ ਨਾਗਰਿਕ ਹੋਣ ਦੇ ਨਾਤੇ, ਇੱਕ ਇਨਸਾਨ ਹੋਣ ਦੇ ਨਾਤੇ, ਤੇ ਇੱਕ ਮਰਦ ਹੋਣ ਦੇ ਨਾਤੇ ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜੀ ਡਿਸਕਸ਼ਨ ਆ ਉਹਦੇ ਵਿੱਚ
ਬਿਲੋ ਦਾ ਬੈਲਟ ਜਾਂ ਤੁਸੀਂ ਇਦਾਂ ਕਹੋ ਕਿ ਨੀਚੇ ਜਾ ਕੇ ਅਟੈਕ ਜਿਹੜਾ ਆ ਉਹ ਨਹੀਂ ਕੀਤਾ ਜਾਣਾ ਚਾਹੀਦਾ। ਬਿਲਕੁਲ। ਇਸ ਮੁੱਦੇ ਨੂੰ ਛੱਡ ਕੇ ਜੇਕਰ ਤੁਸੀਂ ਕੈਪਟਨ ਸਾਹਿਬ ਨੂੰ ਘੇਰਨਾ ਹੀ ਹੈ, ਜੇ ਅਮਰਿੰਦਰ ਸਿੰਘ ਦੀ ਗੱਲ ਕਰਨੀ ਹੈ ਤਾਂ ਤੁਹਾਡੇ ਕੋਲ ਬਹੁਤ ਮੁੱਦੇ ਨੇ, ਤੁਸੀਂ ਕਿਸੇ ਵੀ ਹੋਰ ਮੁੱਦੇ ਤੇ ਗੱਲ ਕਰ ਸਕਦੇ ਹੋ। ਬਿਲਕੁਲ 4.5 ਸਾਲਾਂ ਦੇ ਵਿੱਚ ਆਖਿਰ ਕੈਪਟਨ ਨੇ ਕੀਤਾ ਕੀ ਹੈ, ਤੇ 4.5 ਸਾਲ ਦੇ ਵਿੱਚ ਵੀ ਉਹ ਰਿਲੇਸ਼ਨ ਸੀਗੇ। ਹਾਂ ਬਿਲਕੁਲ। ਉਸ ਤੋਂ ਪਹਿਲਾਂ ਵੀ ਉਹ ਰਿਲੇਸ਼ਨ ਸੀਗੇ, ਇਸ ਗਵਰਨਮੈਂਟ 'ਚ ਵੀ ਸੀਗੇ, ਉਸ ਤੋਂ ਪਹਿਲੀ ਸੈਂਟਰ ਸਰਕਾਰ ਦੇ ਸਮੇਂ ਵੀ ਉਹ ਰਿਲੇਸ਼ਨ ਜਿਹੜੇ ਉਹ ਜ਼ਿੰਦਾ ਸੀ। ਬਿਲਕੁਲ। ਤੇ ਉਹ ਜਿਹੜੀਆਂ ਫੋਟੋਗ੍ਰਾਫਸ ਕੈਪਟਨ ਸਾਹਿਬ ਨੇ ਜਾਰੀ ਕੀਤੀਆਂ ਜਾਂ ਉਸ ਬੀਬੀ ਪੱਤਰਕਾਰ ਨੇ ਦਿਖਾਈਆਂ, ਉਹਨਾਂ ਨੂੰ ਦੇਖ ਕੇ ਲੱਗਦਾ ਕਿ ਭਾਰਤ ਦਾ ਕੋਈ ਗਣਮਾਨਿਆ ਕੋਈ ਵੱਡਾ ਬੰਦਾ ਹੈ ਹੀ ਨਹੀਂ ਜਿਹੜਾ ਇਹਨਾਂ ਲੋਕਾਂ ਨੂੰ, ਇਸ ਜੋੜੀ ਨੂੰ ਨਹੀਂ ਮਿਲਿਆ। ਬਿਲਕੁਲ। ਸੋ ਇਹਨੂੰ ਚੀਜ਼ਾਂ ਨੂੰ ਜਿਹੜੀਆਂ ਆ ਇਹਨਾਂ ਨੂੰ ਜਿੰਨਾ ਅਵੋਇਡ ਕੀਤਾ ਜਾਵੇ ਉਨਾ ਚੰਗਾ। ਬਿਲਕੁਲ। ਮੁੱਦੇ ਦੀ ਗੱਲ ਹੋਣੀ ਚਾਹੀਦੀ ਹੈ। ਪਰ ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਇੱਕ ਵਾਰ ਗੱਲ ਕਰ ਚੁੱਕਿਆ ਹਰਪ੍ਰੀਤ ਜੀ ਕਿ ਸਾਡੀ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਨਾ, ਉਹ ਦੂਸਰੇ ਦੇ ਨਿੱਜ 'ਚ ਝਾਕਣ ਦੇ ਮਾਮਲੇ 'ਚ ਬਹੁਤ ਤਵਰਤ ਰਹਿੰਦੀ ਆ, ਬਹੁਤ ਕਾਲੇ ਰਹਿੰਦੇ ਹਾਂ ਅਸੀਂ ਇਹ ਦੇਖਣ ਲਈ ਕਿ ਦੂਜੇ ਦੇ ਗਲੀ ਦੇ ਵਿੱਚ ਜਾਂ ਕੰਧ ਦੇ ਵਿੱਚ ਜਾਂ ਕੰਧ ਦੇ ਓਲੇ ਜਾਂ ਪਰਦੇ ਦੇ ਪਿੱਛੇ ਕੀ ਹੋ ਰਿਹਾ। ਬਿਲਕੁਲ। ਹਾਲਾਂਕਿ ਉਹਦਾ ਸਾਡੇ ਨਾਲ ਸਿੱਧਾ ਲੈਣਾ ਦੇਣਾ ਨਹੀਂ ਆ, ਸਾਡੇ ਤੇ ਉਹਦਾ ਕੋਈ ਇਫੈਕਟ ਨਹੀਂ ਪੈਂਦਾ। ਬਿਲਕੁਲ। ਸਾਨੂੰ ਤਾਂ ਇਸ ਚੀਜ਼ ਦਾ ਮਤਲਬ ਹੈ ਕਿ ਜਿਹੜਾ ਸਾਡਾ ਮੁੱਖ ਮੰਤਰੀ ਉਹ ਸਾਡੇ ਸੂਬੇ ਲਈ ਕੀ ਕਰ ਰਿਹਾ। ਡੈਫੀਨਿਟਲੀ। ਤੇ ਜੇ ਸ਼ਰਮਾ ਜੀ ਹੁਣ ਅਸੀਂ ਗੱਲ ਕਰ ਲਈਏ ਲਖੀਮਪੁਰ ਖੀਰੀ ਘਟਨਾ ਦੀ, ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਨਾਲ ਦੀ ਨਾਲ ਅੱਜ ਜੇ ਅਸੀਂ ਕਹੀਏ ਜਿਹੜੇ 3 ਖੇਤੀ ਕਾਨੂੰਨ ਹੈ ਉਹਨਾਂ ਨੂੰ ਲੈ ਕੇ ਜਿਹੜੇ ਸਾਡੇ ਕਿਸਾਨ ਹੈ ਉਹ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਅੱਜ 11 ਮਹੀਨੇ ਪੂਰੇ ਹੋ ਚੁੱਕੇ ਨੇ। ਕੀ ਕਹਿਣਾ ਚਾਹੋਗੇ ਦੋਨਾਂ ਬਾਰੇ? ਦੇਖੋ, ਲਖੀਮਪੁਰ ਖੀਰੀ ਘਟਨਾਕ੍ਰਮ ਜਿਸ ਦਿਨ ਹੁੰਦਾ ਆ, ਕਿਸਾਨ ਇਹਨਾਂ ਹੀ ਕਾਨੂੰਨਾਂ ਦੇ ਲਈ ਵਿਰੋਧ ਵਿੱਚ ਬੈਠੇ ਹੋਏ ਨੇ। ਬਿਲਕੁਲ। ਉੱਥੇ ਇੱਕ ਮੰਤਰੀ, ਭਾਰਤ ਦੇ ਗ੍ਰਹਿ ਰਾਜ ਮੰਤਰੀ ਦਾ ਬੇਟਾ ਉੱਥੇ ਇੱਕ ਹੱਤਿਆ ਨੂੰ ਅੰਜਾਮ ਦਿੰਦਾ ਆ। ਉਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਹੋਇਆ ਤੇ ਉਹ ਕੇਸ ਜਿਹੜਾ ਆ ਸੁਪਰੀਮ ਕੋਰਟ ਦੀ ਸੁਣਵਾਈ 'ਚ ਅੱਜ ਵੀ ਉੱਥੇ ਸੁਣਵਾਈ ਹੋਈ। ਜਸਟਿਸ ਰਮੰਨਾ, ਜਿਹੜੇ NV ਰਮੰਨਾ ਭਾਰਤ ਦੇ CGI ਨੇ, ਉਹਨਾਂ ਨੇ ਫਿਰ UP ਸਰਕਾਰ ਨੂੰ ਕਿਹਾ ਕਿ ਉੱਥੇ 4000 ਤੋਂ ਵੱਧ ਲੋਕਾਂ ਦੀ ਭੀੜ ਸੀ ਤੇ ਤੁਸੀਂ ਜਿਹੜੇ ਬਿਆਨ ਕਲਮਬੰਦ ਕੀਤੇ ਨੇ ਇੰਨੇ ਦਿਨਾਂ ਦੇ ਵਿੱਚ ਉਹ ਕੁਝ 20, 25 ਜਾਂ 30 ਲੋਕਾਂ ਦੇ ਹੀ ਹਨ। ਬਿਲਕੁਲ। ਤੇ ਉਹਨਾਂ ਨੇ ਝਾੜ ਲਾਈ। ਪਰ ਅਸੀਂ ਇਹ ਗੱਲ ਹਰਪ੍ਰੀਤ ਜੀ ਦੇਖਦੇ ਹਾਂ ਕਿ ਜਦੋਂ ਸਾਨੂੰ ਕਲਾਸ ਦੇ ਵਿੱਚ ਕਦੇ ਟੀਚਰ ਡਾਂਟਦਾ ਸੀ ਤੇ ਸਾਡੇ ਤੇ ਉਸ ਚੀਜ਼ ਦਾ ਬੜਾ ਡੂੰਘਾ ਅਸਰ ਹੁੰਦਾ ਸੀ। ਪਰ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਸਮਾਂ ਜਿੱਦਾਂ ਜਿੱਦਾਂ ਅੱਗੇ ਵਧਿਆ, ਸੱਭਿਅਤਾ ਜਿੱਦਾਂ ਜਿੱਦਾਂ ਡਿਵੈਲਪ ਹੋਈ ਆ, ਸਾਡੀ ਜਿਹੜੀ ਬੇਸ਼ਰਮੀ ਆ ਉਹ ਜ਼ਿਆਦਾ ਡਿਵੈਲਪ ਹੋਈ ਆ। ਸਾਡੇ ਨਾਲ ਨਾਲ ਸਰਕਾਰਾਂ ਦੀ ਉਸ ਤੋਂ ਵੀ ਜ਼ਿਆਦਾ ਹੋਈ ਆ। ਜੇਕਰ ਭਾਰਤ ਦਾ ਸੁਪਰੀਮ ਕੋਰਟ, ਭਾਰਤ ਦੀ ਸਭ ਤੋਂ ਵੱਡੀ ਨਿਆਂ ਪ੍ਰਣਾਲੀ ਦੀ ਸੰਸਥਾ, ਉਹਦੇ ਵਿੱਚ ਵੀ ਸਭ ਤੋਂ ਵੱਡਾ ਜੱਜ ਆਪ ਕਿਸੇ ਕੇਸ ਨੂੰ ਸੰਗਿਆਨ ਲਿਆ ਹੋਇਆ ਤੇ ਫਿਰ ਸੁਪਰੀਮ ਕੋਰਟ ਉਸ ਸਟੇਟ ਦੀ ਗਵਰਨਮੈਂਟ ਨੂੰ ਝਾੜ ਲਾ ਰਹੀ ਹੈ ਤੇ ਉਹਨਾਂ ਤੇ ਕੋਈ ਅਸਰ ਨਹੀਂ। ਮੇਰਾ ਖਿਆਲ ਹੈ 4 ਤਰੀਕਾਂ ਪਈਆਂ ਇਸ ਕੇਸ ਦੇ ਵਿੱਚ ਤੇ ਚਾਰੋਂ ਵਾਰ ਹੀ ਸਟੇਟ ਗਵਰਨਮੈਂਟ ਨੂੰ ਜਿਹੜੀ ਹੈ ਉਹ ਝਾੜ ਲੱਗੀ ਹੈ। ਪਰ ਫਿਰ ਵੀ ਉਹਨਾਂ ਦੇ ਉੱਤੇ ਵਹੀ ਹੋ ਕੇ ਵਹੀ ਢਾਕ ਕੇ ਤੀਨ ਪਾਤ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਉਹਦੇ ਤੇ ਕੋਈ ਅਸਰ ਨਹੀਂ ਹੈ। ਕਿਸਾਨ ਸਾਰੇ ਦੇਸ਼ ਦੇ ਵਿੱਚ ਇਸ ਸੰਘਰਸ਼ ਨੂੰ ਲੈ ਕੇ ਲੱਗੇ ਹੋਏ ਨੇ। ਹਾਲਾਂਕਿ ਬੀਤੇ ਦਿਨੀ ਸਿੰਘੂ ਤੇ ਹੋਈ ਘਟਨਾ ਨੇ ਉਸ ਘਟਨਾ ਨੂੰ ਥੋੜਾ ਜਿਹਾ ਬੈਕਫੁੱਟ ਤੇ ਜ਼ਰੂਰ ਲੈ ਕੇ ਆਂਦਾ, ਪਰ ਅੱਜ ਵੀ ਸਾਰੇ ਭਾਰਤ ਦੇ ਵਿੱਚ ਕਿਸਾਨਾਂ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਸ ਮੰਤਰੀ ਨੂੰ ਹਟਾਉਣ ਲਈ ਵੀ ਹੈ ਤੇ ਉਸ ਕੇਸ ਦੇ ਵਿੱਚ ਇਨਸਾਫ ਲਈ ਵੀ ਹੈ। ਪਰ ਇਨਸਾਫ ਕਦੋਂ ਮਿਲੇਗਾ? ਜਾਂ ਸਾਡੇ ਦੇਸ਼ ਦੇ ਵਿੱਚ ਉਹ ਇੱਕ ਪੁਰਾਣੀ ਹਿੰਦੀ ਫਿਲਮ ਦਾ ਡਾਇਲੌਗ ਹੈ, ਤਾਰੀਖ ਪੇ ਤਾਰੀਖ ਹੀ ਚੱਲਦੀ ਰਹੇਗੀ। ਆਉਣ ਵਾਲੇ ਸਮੇਂ 'ਚ ਜਿਹੜਾ ਹੈ ਪਤਾ ਲੱਗੇਗਾ। ਜੀ ਸ਼ਰਮਾ ਜੀ, ਇਹ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਸ਼ਰਮਾ ਜੀ, ਗੱਲ ਕਰ ਲਈਏ ਜੇ ਕ੍ਰਿਕਟ ਦੇ ਬੁਖਾਰ ਦੀ। ਕੋਈ ਟਾਈਮ ਸੀਗਾ ਜਦੋਂ ਲੋਕਾਂ ਤੇ ਫਿਲਮਾਂ ਦਾ ਜਾਦੂ ਜਿਹੜਾ ਉਹ ਸਿਰ ਚੜ੍ਹ ਬੋਲਦਾ ਸੀ, ਪਰ ਹੁਣ ਸਮਾਂ ਆ ਗਿਆ ਕਿ ਲੋਕਾਂ ਦਾ ਜਿਹੜਾ ਕ੍ਰਿਕਟ ਵਾਲਾ ਉਹ ਝੁਕਾਅ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਹੁਣ ਕ੍ਰਿਕਟ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਦਾ। ਤੇ IPL ਦੀ ਜੇ ਅਸੀਂ ਗੱਲ ਕਰ ਲਈਏ ਤਾਂ 8 ਟੀਮਾਂ ਹੁੰਦੀਆਂ ਸੀ ਤੇ ਪਰ ਹੁਣ ਇਸ ਵਾਰੀ ਲਖਨਊ ਤੇ ਅਹਿਮਦਾਬਾਦ 2 ਹੋਰ ਟੀਮਾਂ ਜੋੜ ਦਿੱਤੀਆਂ ਗਈਆਂ ਨੇ। ਕੀ ਕਹਿਣਾ ਚਾਹੋਗੇ IPL ਦੇ ਬਾਰੇ? ਦੇਖੋ ਜੀ, ਉਹ ਕਹਿੰਦੇ ਆ ਪੰਜਾਬੀ 'ਚ ਕਿ ਜਾਦੂ ਉਹ ਜਿਹੜਾ ਸਿਰ ਚੜ੍ਹ ਬੋਲੇ, ਚਾਹੇ ਫਿਲਮਾਂ ਦਾ ਹੋਵੇ, ਚਾਹੇ ਕ੍ਰਿਕਟ ਦਾ ਹੋਵੇ ਤੇ ਚਾਹੇ ਸਿਆਸਤ ਦਾ ਹੋਵੇ ਤੇ ਜਾਂ ਫਿਰ ਲੇਡੀਜ਼ ਵਾਲਾ ਫੈਸ਼ਨ ਦਾ ਹੋਵੇ, ਹਰ ਇੱਕ ਦੇ ਉੱਤੇ ਕਿਸੇ ਨਾ ਕਿਸੇ ਜਾਦੂ ਦਾ ਅਸਰ ਜਿਹੜਾ ਉਹ ਜ਼ਰੂਰ ਰਹਿੰਦਾ। ਬਾਕੀ ਚੀਜ਼ਾਂ ਦਾ ਬਦਲ ਜਾਂਦਾ, ਲੇਡੀਜ਼ ਦੇ ਫੈਸ਼ਨ ਵਾਲਾ ਉੱਦਾਂ ਦਾ ਉੱਦਾਂ ਹੀ ਰਹਿ ਜਾਂਦਾ। ਬਿਲਕੁਲ, ਮੈਂ ਉਹ ਤਾਂ ਹੀ ਤੁਹਾਡੇ ਵਾਲੀ ਗੱਲ ਕੀਤੀ ਜੀ। IPL ਦੀ ਜੇ ਅਸੀਂ ਗੱਲ ਕਰੀਏ, ਇੰਡੀਅਨ ਪ੍ਰੀਮੀਅਰ ਲੀਗ ਜੀ, ਇਹ ਅਸਲ ਦੇ ਵਿੱਚ ICL ਸੀ ਸ਼ੁਰੂ 'ਚ, ਇੰਡੀਅਨ ਕ੍ਰਿਕਟ ਲੀਗ। ਇਹਨੂੰ ਬਣਾਉਣ ਦੇ ਵਿੱਚ ਕਾਰਪੋਰੇਟ ਘਰਾਣੇ ਜ਼ੀ ਟੈਲੀਫਿਲਮਸ, ਜਿਹੜਾ ਜ਼ੀ ਟੈਲੀਵਿਜ਼ਨ ਜਿਹਨੂੰ ਅਸੀਂ ਕਹਿੰਦੇ ਹਾਂ, SL ਗਰੁੱਪ, ਤੇ ਉਹਦੇ ਨਾਲ ਦੀ ਨਾਲ ਕਪਿਲ ਦੇਵ ਤੇ ਕਿਰਨ ਮੋਰੇ, ਜਿਹੜੇ ਵੱਡੇ ਹਿੰਦੁਸਤਾਨ ਦੇ ਕਿਸੇ ਟਾਈਮ ਦੇ ਸਾਬਕਾ ਕਪਤਾਨ ਵੀ ਰਹੇ ਨੇ ਕਪਿਲ ਦੇਵ, ਉਹਨਾਂ ਦਾ ਇਹਦੇ ਪਿੱਛੇ ਦਿਮਾਗ ਸੀ। ਉਹਨਾਂ ਨੇ ਇੱਕ ਪ੍ਰਾਈਵੇਟ ਇਵੈਂਟ ਜਿਹੜਾ ਆ 2007 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਉਹ ਚੱਲਿਆ ਵੀ, 1-2 ਸੈਸ਼ਨ ਉਹਦੇ ਹੋਏ ਵੀ।
ਉਸ ਤੋਂ ਬਾਅਦ BCCI ਨੇ ਇਹ ਦੇਖਿਆ ਕਿ ਇਹ ਜਿਹੜਾ ਸਿਸਟਮ ਆ ਇਹਦੇ ਵਿੱਚ ਤਾਂ ਪੈਸਾ ਹੀ ਬਹੁਤ ਆ। ਜੀ ਟੈਲੀਫਿਲਮਸ ਨੇ ਜੀ ਸਪੋਰਟਸ ਬਣਾਇਆ ਸੀ, ਮਿਲੀਅਨ ਬਿਲੀਅਨਸ ਦੇ ਵਿੱਚ ਉਹਨਾਂ ਨੇ ਕਾਫੀ ਗੇਮਾਂ ਜਿਹੜੀਆਂ ਵਰਲਡ ਦੇ ਵਿੱਚ ਕ੍ਰਿਕਟ ਇਵੈਂਟਸ ਹੁੰਦੇ ਸੀ ਉਹਨਾਂ ਦੇ ਰਾਈਟਸ ਖਰੀਦੇ। 10 ਸਪੋਰਟਸ ਦੇ ਵਿੱਚ ਵੀ ਸ਼ੇਅਰ ਖਰੀਦੇ। ਫਿਰ ਬਾਹਰਲੀਆਂ ਜਿਹੜੀਆਂ ਕੰਪਨੀਆਂ ਸੋਨੀ ਸੀ ਜਾਂ ਸਟਾਰ ਜਿਹੜਾ ਗਰੁੱਪ ਆ ਉਹਨਾਂ ਨੇ ਵੀ ਆਪਣੇ ਸਪੋਰਟਸ ਚੈਨਲ ਬਣਾਏ। ਉਹਦੇ 'ਚ ਬੜਾ ਰੌਲਾ ਜਿਹੜਾ ਸੀਗਾ ਪੈਂਦਾ ਰਿਹਾ। ਉਦੋਂ ਇਹਨਾਂ ਨੂੰ ਲੱਗਾ ਸਾਰੇ ਮੀਡੀਆ ਗਰੁੱਪਸ ਨੂੰ ਕਿ ਇੰਡੀਆ ਦੇ ਵਿੱਚ ਜਿਹੜਾ ਕ੍ਰਿਕਟ ਦਾ ਬੁਖਾਰ ਆ ਉਹ ਬਹੁਤ ਵੱਡਾ ਆ, ਇਹ ਇੱਕ ਬਹੁਤ ਹਿਊਜ ਬਿਜ਼ਨਸ ਓਪਰਚੁਨਿਟੀ ਆ। ਇਹਨੂੰ ਦੇਖ ਕੇ GTV ਨੇ ਸ਼ੁਰੂ ਕੀਤਾ, ਪਰ ਉਹ BCCI ਨੇ ਉਹਨੂੰ ਜਿਹੜੀ ਆ ਮਨਜ਼ੂਰੀ ਉਹ ਨਹੀਂ ਦਿੱਤੀ, ਕਿਉਂਕਿ BCCI ਅਸੀਂ ਜਾਣਦੇ ਹਾਂ ਸਾਰੇ ਕਿ ਭਾਰਤ ਕ੍ਰਿਕਟ ਕੰਟਰੋਲ ਬੋਰਡ ਜਿਹੜਾ ਹੈਗਾ ਆ, ਬੋਰਡ ਆਫ ਕ੍ਰਿਕਟ ਕੰਟਰੋਲ ਆਫ ਇੰਡੀਆ, ਉਹ ਦੁਨੀਆ ਦੀ ਜਿਹੜੀ ਆ ਅਮੀਰ ਤਰੀਨ ਖੇਲ ਸੰਸਥਾ ਆ। ICC ਵੀ ਇਹਦੇ ਨਾਲੋਂ ਜ਼ਿਆਦਾ ਪੈਸੇ ਨਹੀਂ ਕਮਾਉਂਦੀ, ਜਿਹੜਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਹੈ। ਤੇ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੇ ਹੀ ਜਿਹੜੇ ਮੈਲਕਮ ਸਪੀਡ ਉਦੋਂ ਚੇਅਰਮੈਨ ਸੀ ਜਾਂ ਉਹਦੇ ਜਿਹੜੇ ਮੁਖੀ ਸੀ, ਉਹਨਾਂ ਨੇ ਵੀ ICL ਨੂੰ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਸੀ। ਤੇ ICL ਉਦੋਂ BCCI ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਗਿਆ ਕਿ ਸਾਡਾ ਪੈਟਰਨ ਆ, ਅਸੀਂ ਇਹਨੂੰ ਚਲਾਉਣਾ ਚਾਹੁੰਦੇ ਹਾਂ ਤੇ ਸਾਨੂੰ ਮਨਜ਼ੂਰੀ ਜਿਹੜੀ ਦਿੱਤੀ ਜਾਵੇ। ਖੈਰ ਉਹ ਕੋਰਟ ਕੇਸਾਂ ਦੇ ਵਿੱਚ ਸਾਰੀਆਂ ਗੱਲਾਂ ਉਲਝ ਗਈਆਂ। ਕਪਿਲ ਦੇਵ ਨੂੰ ਜਿਹੜੇ ਕਿ ਉਦੋਂ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਵਿੱਚ ਚੇਅਰਮੈਨ ਸੀ, ਉਹਨਾਂ ਨੂੰ ਵੀ BCCI ਵੱਲੋਂ ਨੋਟਿਸ ਦਿੱਤਾ ਗਿਆ ਕਿ ਕਨਫਲਿਕਟ ਆਫ ਇੰਟਰਸਟਸ ਆ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਭਾਰਤ ਦੀ ਕ੍ਰਿਕਟ ਸੰਸਥਾ ਨਾਲ ਜੁੜੇ ਹੋਏ ਹੋ, ਤਾਂ ਤੁਸੀਂ ਇੱਕ ਪ੍ਰਾਈਵੇਟ ਸੰਸਥਾ ਨਾਲ ਫਿਰ ਕ੍ਰਿਕਟ ਦਾ ਕੰਮ ਕਰਦੇ ਹੋ। ਫਿਰ ਕਪਿਲ ਦੇਵ ਨੇ ਉਹਨੂੰ ਦੱਸਿਆ BCCI ਨੂੰ ਕਿ ਮੈਂ ICL ਨਾਲੋਂ ਨਾਤਾ ਜਿਹੜਾ ਆਪਣਾ ਉਹ ਤੋੜ ਲਿਆ। ਫਿਰ ਇਹਦੇ ਵਿੱਚ ਇੱਕ ਬਹੁਤ ਮਸ਼ਹੂਰ ਸ਼ਖਸੀਅਤ ਜਿਹੜੀ ਕਿ ਬਹੁਤ ਬਦਨਾਮ ਹੋਈ ਬਾਅਦ ਵਿੱਚ, ਲਲਿਤ ਮੋਦੀ, ਉਹਨਾਂ ਨੇ IPL ਨੂੰ ਇਹ ਵਾਲਾ ਰੂਪ ਦਿੱਤਾ ਤੇ ਹੋਰ ਬਹੁਤ ਸਾਰੇ ਲੋਕ ਇਹਦੇ ਵਿੱਚ ਸ਼ਾਮਿਲ ਹੋਏ ਕਿਉਂਕਿ ਉਹ ਕ੍ਰਿਕਟ ਗੁਜਰਾਤ ਤੋਂ ਆਉਂਦੇ ਸੀ। BCCI ਦੇ ਵਿੱਚ ਵੀ ਲਲਿਤ ਮੋਦੀ ਦਾ ਵੱਡਾ ਨਾਮ ਰਿਹਾ। 2007 ਤੋਂ ਲੈ ਕੇ ਲਗਭਗ ਹਰ ਸਾਲ ਇਹ IPL ਦਾ ਜਿਹੜਾ ਟੂਰਨਾਮੈਂਟ ਆ ਉਹ ਹੁੰਦਾ ਤੇ ਇਹਨਾਂ ਦੀਆਂ ਟੀਮਾਂ ਖਰੀਦਣ ਲਈ, ਫਰੈਂਚਾਈਜ਼ੀਜ਼ ਲਈ, ਕਿਉਂਕਿ ਇਹ ਫੁੱਟਬਾਲ ਦੇ ਵਿੱਚ ਪਹਿਲਾਂ ਯੂਰਪ ਦੇ ਵਿੱਚ ਕਲੱਬ ਚੱਲਦੇ ਨੇ, ਇਹ ਉਸੇ ਤਰੀਕੇ ਦਾ ਲਗਭਗ ਜਿਹੜਾ ਸਿਸਟਮ ਹੈ। ਇਹਦੇ ਨਾਲ ਕੁਝ ਖੇਡ ਦਾ ਜਿਹੜਾ ਸੁਧਾਰ ਆ ਉਹ ਬਹੁਤ ਵੱਡੇ ਲੈਵਲ ਤੇ ਹੋਇਆ, ਪਰ ਖੇਡ ਦੇ ਵਿੱਚ ਐਂਟਰਟੇਨਮੈਂਟ ਜਿਹੜੀ ਆ ਉਹ ਹੋਰ ਤਰੀਕੇ ਨਾਲ ਆਈ। ਚੀਅਰ ਲੀਡਰਸ ਆ ਗਈਆਂ, ਮੈਚ ਦਾ ਫਾਰਮੈਟ 50 ਤੋਂ ਲੈ ਕੇ ਫਿਰ 20 ਓਵਰ ਦਾ ਹੋ ਗਿਆ, ਫਟਾਫਟ ਕ੍ਰਿਕਟ ਇਹਨੂੰ ਕਿਹਾ ਜਾਣ ਲੱਗਿਆ। ਤੇ ਜਿਸ ਤਰੀਕੇ ਦੇ ਨਾਲ ਇਸ ਖੇਡ ਦੀ ਸ਼ੁਰੂਆਤ ਹੋਈ ਸੀ, ਜਿਹੜੀ ਜੈਂਟਲਮੈਨਸ ਗੇਮ ਸੀ, ਜਿਹੜੀ 5 ਦਿਨ ਦਾ ਟੈਸਟ ਮੈਚ ਸੀ, ਉਹਦੇ ਤੋਂ ਫਿਰ ਇਹ 50-60 ਓਵਰ ਦੇ ਮੈਚ ਵੀ ਵਨਡੇ 'ਚ ਹੁੰਦੇ ਰਹੇ, ਫਿਰ 50 ਓਵਰ ਦੇ ਹੋ ਗਏ ਤੇ ਹੁਣ ਇਹ 20 ਓਵਰ ਦੇ 20-20 ਮੈਚ ਜਿਹੜੇ IPL ਦੇ ਵਿੱਚ ਹੋਣ ਲੱਗੇ। IPL ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡਾ ਇੱਕ ਨਾਮ ਬਣ ਚੁੱਕਿਆ। ਇੱਕ ਸਮਾਂ ਇਦਾਂ ਦਾ ਆਇਆ ਵੀ ਉਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਸੇ ਕਾਰਨਵਸ਼ ਟੂਰਨਾਮੈਂਟ ਨੂੰ ਨਹੀਂ ਕਰਾਇਆ ਗਿਆ ਤੇ ਫਿਰ ਇਹ ਸਾਊਥ ਅਫਰੀਕਾ ਜਾ ਕੇ ਵੀ ਕਰਵਾਇਆ ਗਿਆ। ਇਸ ਵਾਰ ਵੀ ਇਹ ਟੂਰਨਾਮੈਂਟ ਕੋਵਿਡ ਦੀ ਵਜ੍ਹਾ ਨਾਲ ਪੋਸਟਪੋਨ ਹੋਇਆ ਸੀ ਤੇ ਫਿਰ ਇਸ ਟੂਰਨਾਮੈਂਟ ਨੂੰ ਜਾ ਕੇ ਦੁਬਈ 'ਚ ਕਰਵਾਇਆ ਗਿਆ। ਤੇ ਭਾਰਤ ਸਰਕਾਰ ਦੇ ਉੱਤੇ ਜਾਂ BCCI ਦੇ ਉੱਤੇ ਦੋਸ਼ ਵੀ ਇਸ ਗੱਲ ਦੇ ਲੱਗੇ ਕਿ ਦੁਨੀਆ ਦੀ ਅਮੀਰ ਬੋਡੀ ਆ, ਸਾਰਾ ਕੁਛ ਇਹਨਾਂ ਕੋਲ ਹੈ, ਅਰਬਾਂ ਖਰਬਾਂ ਮਿਲੀਅਨ ਟ੍ਰਿਲੀਅਨਸ ਤੱਕ ਇਹਨਾਂ ਕੋਲ ਸਾਧਨ ਨੇ, ਰੁਪਈਏ ਨੇ, ਤੇ ਇਹ ਆਪਣੇ ਦੇਸ਼ ਦਾ ਜਿਹੜਾ ਟੂਰਨਾਮੈਂਟ ਹੈ ਉਹਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਕਰਵਾ ਸਕੇ। ਬੀਤੇ ਦਿਨੀ ਹੀ ਇਹ ਟੂਰਨਾਮੈਂਟ ਖਤਮ ਹੋਇਆ। ਇਹਦੇ ਵਿੱਚ 8 ਟੀਮਾਂ ਜਿੱਦਾਂ ਤੁਸੀਂ ਦੱਸਿਆ ਕਿ ਖੇਲਦੀਆਂ, ਬਹੁਤੇ ਸ਼ਹਿਰਾਂ ਦੇ ਨਾਮ ਨੇ, ਕੁਝ ਸਟੇਟ ਦੇ ਨਾਮ, ਜਿੱਦਾਂ ਪੰਜਾਬ ਦੀ ਟੀਮ ਜਿਹੜੀ ਆ ਉਹਨੂੰ ਪੰਜਾਬ ਦੇ ਨਾਮ ਨਾਲ, ਕਿੰਗਜ਼ 11 ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ। ਬੰਗਲੌਰ ਹੈ, ਬੰਬੇ ਹੈ, ਚੇਨਈ ਹੈ, ਮੁੰਬਈ ਹੈ, ਹੈਦਰਾਬਾਦ ਹੈ, ਕਾਫੀ ਟੀਮਾਂ ਇਹਦੇ 'ਚ ਖੇਲਦੀਆਂ। ਰਾਜਸਥਾਨ ਦੀ ਟੀਮ ਵੀ ਰਾਜਸਥਾਨ ਰਾਇਲਸ ਹੈ। ਤੇ 2 ਟੀਮਾਂ ਦਾ ਨਵੀਆਂ ਦਾ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਕੱਲ ਬੋਲੀ ਸੀ ਉਹ ਹੋਈ ਆ। BCCI ਨੂੰ ਲੱਗਦਾ ਸੀ ਕਿ ਸਾਨੂੰ 10,000 ਕਰੋੜ ਰੁਪਈਆ ਜਿਹੜਾ ਆ ਇਹਨਾਂ ਟੀਮਾਂ ਨੂੰ ਵੇਚਣ ਤੋਂ ਮਿਲੇਗਾ। ਹੁਣ ਤੁਸੀਂ ਇਹ ਸੋਚ ਸਕਦੇ ਆ ਕਿ ਸਿਰਫ 2 ਨਵੀਆਂ ਟੀਮਾਂ ਇੱਕ ਟੂਰਨਾਮੈਂਟ 'ਚ ਖੇਡਣੀਆਂ ਤੇ ਉਹਨਾਂ ਟੀਮਾਂ ਦੇ ਅਧਿਕਾਰ ਖਰੀਦਣ ਲਈ ਕੰਪਨੀਆਂ ਨੇ ਬੋਲੀ ਲਾਈ। 22 ਤੋਂ ਜ਼ਿਆਦਾ ਬਿਡਰ ਸੀਗੇ ਉਹਦੇ 'ਚ, ਜਿਹੜੀ 10 ਲੱਖ ਦਾ ਤੇ ਉਹ ਫਾਰਮ ਸੀ। 10 ਲੱਖ × 22 2.5 ਕਰੋੜ ਰੁਪਈਆ ਤਾਂ BCCI ਨੇ ਸਿਰਫ ਫਾਰਮ ਵੇਚ ਕੇ ਲਿਆ। ਤੇ 7,090 ਕਰੋੜ ਦੇ ਵਿੱਚ ਗੋਇਨਕਾ ਗਰੁੱਪ ਜਿਹੜਾ ਹੈਗਾ ਉਹਨਾਂ ਨੇ ਲਖਨਊ ਦੀ ਟੀਮ ਜਿਹੜੀ ਆ ਉਹ ਖਰੀਦੀ ਆ। ਤੇ ਅਹਿਮਦਾਬਾਦ ਗੁਜਰਾਤ ਦੀ ਜਿਹੜੀ ਟੀਮ ਆ ਉਹਨੂੰ ਖਰੀਦਿਆ ਹੈਗਾ ਆ CVC ਗਰੁੱਪ ਨੇ 5600 ਕਰੋੜ। ਜਿਸ ਚੀਜ਼ ਦੀ ਬੋਲੀ ਲਈ ਸਰਕਾਰ ਦੀ ਜਿਹੜੀ ਖੇਡ ਅਥਾਰਟੀ ਆ BCCI ਉਹ 10,000 ਕਰੋੜ ਦਾ ਅੰਦਾਜ਼ਾ ਲਾ ਕੇ ਬੈਠੀ ਸੀ, ਉਹ ਜਿਹੜਾ ਆ ਉਹਨੂੰ ਬੋਲੀ ਦੇ ਦੌਰਾਨ 12,000 ਤੋਂ ਵੀ 700 ਜਾਂ 600 12,690 ਕਰੋੜ ਯਾਨੀ ਕਿ ਅਪਰੋਕਸੀਮੇਟਲੀ 2-3,000 ਕਰੋੜ ਵੱਧ ਮਿਲਿਆ। ਇਹ ਸਾਡੇ ਮੁਲਕ ਦੇ ਹਾਲਾਤ ਨੇ ਜਾਂ ਤੁਸੀਂ ਇਹਨੂੰ ਕ੍ਰਿਕਟ ਦਾ ਬੁਖਾਰ ਤੁਸੀਂ ਕਹਿ ਸਕਦੇ ਹੋ। ਜੇ ਅਸੀਂ ਦੂਸਰੇ ਪਾਸੇ ਜਾਈਏ, ਇਸੇ ਸਮੇਂ ਦੌਰਾਨ ਜੇ ਅਸੀਂ ਇਕਨੋਮੀ ਦੀ ਗੱਲ ਕਰੀਏ, ਇਸੇ ਸਮੇਂ ਦੌਰਾਨ ਜੇ ਅਸੀਂ 에ਅਰ ਇੰਡੀਆ ਵਰਗੀ ਸੰਸਥਾ ਦੇ ਵਿਕਣ ਦੀ ਗੱਲ ਕਰੀਏ, ਜਿਹਦੀ ਸਰਕਾਰੀ ਅੰਕੜਿਆਂ ਦੇ ਦੌਰਾਨ ਜਿਹੜੀ ਕੀਮਤ ਆ ਉਹ
32,000 ਕਰੋੜ ਆਂਕੀ ਗਈ ਤੇ ਸਰਕਾਰ ਨੇ ਉਹਦੀ ਬੋਲੀ ਰੱਖਤੀ ਕਿ ਇਹ 12,000 ਕਰੋੜ 'ਚ ਅਸੀਂ ਵੇਚ ਦੇਣੀ ਹੈ ਬਿਲਕੁਲ ਤੇ ਉਹ 18,000 ਕਰੋੜ 'ਚ ਵਿਕਦੀ ਆ। ਤੇ ਇੱਥੇ ਦੋ ਟੀਮਾਂ, ਸਿਰਫ 2 ਟੀਮਾਂ, ਇੱਕ ਪੂਰੇ ਦੀ ਪੂਰੀ 에ਅਰਲਾਈਨ ਆ ਦੁਨੀਆ ਹਿੰਦੁਸਤਾਨ ਦੀ ਜਿਹੜੀ 70 ਸਾਲ 80 ਸਾਲ ਪੁਰਾਣੀ ਸੀ, ਬਿਲਕੁਲ, ਤੇ ਇੱਥੇ ਦੋ ਨਵੀਆਂ ਟੀਮਾਂ ਜਿਨ੍ਹਾਂ ਨੇ ਸਿਰਫ ਖੇਡਣਾ ਆ ਤੇ ਐਂਟਰਟੇਨਮੈਂਟ ਕਰਨਾ ਆ। ਉੱਥੇ ਜਿਹੜੇ ਪੈਸੇ ਆ ਉਹ ਦੇਖੋ 12,000 ਕਰੋੜ ਦੇ ਵਿੱਚ ਉਹ ਟੀਮਾਂ ਜਿਹੜੀਆਂ ਦੋ ਉਹ ਵਿਕੀਆਂ। ਜੀ ਕ੍ਰਿਕਟ ਜਾਂ ਖੇਡ ਹੋਣੀ ਚਾਹੀਦੀ ਆ, ਪੈਸੇ ਪਲੇਅਰਸ ਨੂੰ ਮਿਲਣੇ ਚਾਹੀਦੇ ਆ, ਚਕਾਚੌਂਦ ਹੋਣੀ ਚਾਹੀਦੀ ਆ, ਗੇਮ ਦਾ ਜਿਹੜਾ ਪ੍ਰਭਾਵ ਆ ਉਹ ਵਧਣਾ ਚਾਹੀਦਾ, ਨਵੇਂ ਪਲੇਅਰਾਂ ਨੂੰ ਮੌਕਾ ਮਿਲਣਾ ਚਾਹੀਦਾ, ਜੋ ਸਾਰਾ ਕੁਝ IPL ਜਿਹੜੀ ਆ ਉਹ ਕਰ ਰਹੀ ਆ। ਪਰ ਇਹਦੇ ਨਾਲ ਦੀ ਨਾਲ ਜਦੋਂ ਫਿਰ ਅਸੀਂ ਓਲੰਪਿਕ 'ਚ ਜਾਂਦੇ ਆ, ਫਿਰ ਅਸੀਂ ਉੱਥੇ ਸਾਰਾ ਦਿਨ ਉਡੀਕਦੇ ਆ ਕਿ ਅੱਜ ਕੋਈ ਪਲੇਅਰ ਤਗਮਾ ਲੈ ਆਵੇ, ਅੱਜ ਕੋਈ ਤਮਗਾ ਸਾਨੂੰ ਮਿਲ ਜੇ, ਅੱਜ ਸਾਡਾ ਕੋਈ 골ਡ ਨਹੀਂ ਤਾਂ ਸਿਲਵਰ ਨਹੀਂ ਤਾਂ ਬ੍ਰੌਂਜ਼। ਜੇ ਕਿਤੇ ਓਲੰਪੀਅਨ ਨੂੰ ਵੀ ਅਸੀਂ ਵੱਡਾ ਮੰਨਦੇ ਹਾਂ ਕਿ ਜਿਹੜਾ ਓਲੰਪਿਕ ਦੇ ਵਿੱਚ ਚਲਾ ਹੀ ਗਿਆ, ਪ੍ਰਦਰਸ਼ਨ ਕਰਨ ਵੀ ਚਲਾ ਗਿਆ, ਉਹਦਾ ਨਾਂ ਵੀ ਅਸੀਂ ਓਲੰਪੀਅਨ ਲੈ ਕੇ ਉਹਨੂੰ ਵਡਿਆਉਂਦੇ ਹਾਂ ਕਿ ਓਲੰਪਿਕਸ ਹੈ। ਮੇਰਾ ਮਸਲਾ ਬਿਲਕੁਲ ਕ੍ਰਿਕਟ ਨਾਲ ਕੋਈ ਦਵੇਸ਼ ਦਾ ਨਹੀਂ ਹੈ, ਪਰ ਮਸਲਾ ਇਹ ਆ ਕਿ ਇਵੇਂ ਦੇ ਹੀ ਟੂਰਨਾਮੈਂਟ ਬਾਕੀ ਖੇਡਾਂ ਨੂੰ ਲੈ ਕੇ ਵੀ ਹੋਣੇ ਚਾਹੀਦੇ ਨੇ। ਬਿਲਕੁਲ, ਸਾਡੀ ਨੈਸ਼ਨਲ ਗੇਮ ਰਹੀ ਆ ਹਾਕੀ, ਉਹਦੇ ਤੇ ਬੜਾ ਲੰਬਾ ਸਾਰਾ ਜਿਹੜਾ ਕੰਮ ਆ ਉਹ ਹੋ ਸਕਦਾ। ਪੰਜਾਬ ਦੇ ਵਿੱਚ ਅਸੀਂ ਕਬੱਡੀ ਦੀ ਲੀਗ ਕਰਵਾ ਸਕਦੇ ਹਾਂ, ਡਿਸਟ੍ਰਿਕਟ ਲੈਵਲ ਤੇ ਕਰਾ ਸਕਦੇ ਹਾਂ, ਬਲਾਕ ਲੈਵਲ ਤੇ ਕਰਾ ਸਕਦੇ ਹਾਂ, ਛੋਟੇ ਬਿਲਕੁਲ ਗਰਾਊਂਡ ਲੈਵਲ ਤੇ ਜਿਹੜਾ ਸਾਰਾ ਕੰਮ ਉਹ ਕਰਵਾਇਆ ਜਾ ਸਕਦਾ। ਹਾਲਾਂਕਿ ਬੀਤੇ ਦਿਨਾਂ 'ਚ ਇਹ ਆਵਾਜ਼ਾਂ ਉੱਠਦੀਆਂ ਵੀ ਰਹੀਆਂ ਨੇ ਕਿ ਕ੍ਰਿਕਟ ਦੀ ਤਰਜ਼ ਤੇ ਹੀ ਬਾਕੀ ਵੀ ਗੇਮਸ ਜਿਹੜੇ ਸਪੋਰਟਸ ਆ ਉਹਨਾਂ ਨੂੰ ਵੀ ਉੱਪਰ ਚੁੱਕਿਆ ਜਾਏ। ਬਿਲਕੁਲ, ਇੰਡੀਅਨ ਆਰਮੀ ਨੇ ਕੁਝ ਖੇਡਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਸ਼ਾਨੇਬਾਜ਼ੀ ਜਾਂ ਆਰਚਰੀ ਜਿਹੜੀ ਤੀਰਅੰਦਾਜ਼ੀ ਆ ਉਹਨੂੰ ਉਹਨਾਂ ਨੇ ਅਡਾਪਟ ਕਰਕੇ ਤੇ ਉਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਕਾਰਪੋਰੇਟ ਸੈਕਟਰ ਜਿਹੜਾ ਹੈਗਾ ਆ ਉਹਦਾ ਕੰਮ ਕਰਨ ਦਾ ਜਿਹੜਾ ਨਜ਼ਰੀਆ ਆ ਉਹ ਸਿਰਫ ਔਰ ਸਿਰਫ ਪ੍ਰੋਫਿਟ ਮੇਕਿੰਗ ਤੱਕ ਆ। ਇਸ ਕਰਕੇ ਇਹ ਜਿਹੜੀਆਂ ਦੋ ਟੀਮਾਂ ਆ ਉਹ ਇੰਨੇ ਵੱਡੇ ਅਧਿਕਾਰਾਂ ਦੇ ਵਿੱਚ ਵਿਕੀਆਂ ਨੇ। ਤੇ ਫਿਰ ਉਹਨਾਂ ਦੇ ਉੱਤੇ ਹੁਣ ਇਸ ਸਾਲ ਦਾ ਖਤਮ ਹੋਇਆ ਆ, ਹੁਣ I20 ਦਾ ਵਰਲਡ ਕੱਪ ਚੱਲ ਰਿਹਾ। ਇਸ ਤੋਂ ਬਾਅਦ ਅਗਲੇ ਸਾਲ ਮਾਰਚ ਦੇ ਵਿੱਚ ਇਹ ਜਿਹੜੀ ਟੀਮਾਂ ਆ ਇਹ ਖੇਡਣਗੀਆਂ। ਹੁਣ ਉਹ ਪਲੇਅਰ ਖਰੀਦਣਗੇ, ਟੀਮਾਂ ਸਾਰੀਆਂ ਬਣਨਗੀਆਂ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਵੇਗਾ ਤੇ ਤੁਸੀਂ ਕ੍ਰਿਕਟ ਦਾ ਬੁਖਾਰ ਜਿਹੜਾ ਹੈ ਉਹਨੂੰ ਜ਼ਰੂਰ ਮਾਣੋਗੇ। ਜੀ ਸ਼ਰਮਾ ਜੀ, ਗੱਲ ਅਸੀਂ ਕਰ ਰਹੇ ਹਾਂ ਕ੍ਰਿਕਟ ਦੀ, ਤੇ ਜੇ ਗੱਲ ਕਰੀਏ ਮੁਹੰਮਦ ਸ਼ਮੀ ਦੀ ਕਿ T20 ਵਿੱਚ ਹਾਰਨ ਤੋਂ ਬਾਅਦ ਮੁਹੰਮਦ ਸ਼ਮੀ ਕਾਫੀ ਜ਼ਿਆਦਾ ਟ੍ਰੋਲ ਹੋਏ ਨੇ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਇਸੇ ਸੈਗਮੈਂਟ 'ਚ ਕ੍ਰਿਕਟ ਤੇ ਬੁਖਾਰ ਦੀ ਗੱਲ ਕਰਦੇ ਆ ਤੇ ਫਿਰ ਜਦੋਂ ਕ੍ਰਿਕਟ ਦੇ ਵਿੱਚ ਮੈਚ ਭਾਰਤ ਤੇ ਪਾਕਿਸਤਾਨ ਦਾ ਹੋਵੇ ਨਾ, ਫਿਰ ਇਹ ਬੁਖਾਰ ਤੇਈਆ ਬਣ ਜਾਂਦਾ। ਬਿਲਕੁਲ, ਇਹ ਫਿਰ ਦੋਨੋਂ ਦੇਸ਼ਾਂ ਦੇ ਵਿੱਚ ਬਹੁਤ ਗੰਭੀਰ ਜੰਗ ਦੀ ਤਰ੍ਹਾਂ ਦੇਖਿਆ ਜਾਂਦਾ। ਇੱਥੇ ਸਪੋਰਟਸਮੈਨ ਸਪਿਰਿਟ ਦੀ ਕਮੀ ਜਿਹੜੀ ਆ ਉਹ ਦੇਖੀ ਜਾਂਦੀ ਆ। ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਸਪੋਰਟਸਮੈਨ ਸਪਿਰਿਟ ਦੀ ਕਮੀ ਪਲੇਅਰਾਂ 'ਚ ਨਹੀਂ ਹੁੰਦੀ, ਬਿਲਕੁਲ ਲੋਕਾਂ 'ਚ ਦੇਖੀ ਜਾਂਦੀ। ਜਿਹੜੇ ਮੈਚ ਦੇਖਦੇ ਨੇ ਨਾ ਉਹ ਜਮਾਂ ਹੀ ਸੋਫੇ ਦੀਆਂ ਬਾਹਾਂ ਤੋੜਨ ਤੱਕ ਚਲੇ ਜਾਂਦੇ ਨੇ। ਤੇ ਜਦੋਂ ਕੋਈ ਟੀਮ ਮੈਚ ਹਾਰਦੀ ਆ ਤਾਂ ਫਿਰ ਟੀਵੀ ਤੋੜਨ ਦੀ ਜਿਹੜੀ ਘਟਨਾ ਆ ਉਹ ਅਕਸਰ ਅਸੀਂ ਦੇਖਦੇ ਹਾਂ। ਮੁਹੰਮਦ ਸ਼ਾਮੀ ਬਹੁਤ ਚੰਗੇ ਪਲੇਅਰ ਨੇ ਤੇ ਮੈਂ ਖੁਦ, ਜੇ ਅਸੀਂ ਜਿਹੜੀ ਵੀ ਖੇਡ ਖੇਡਦੇ ਰਹੇ ਹਾਂ, ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਖੇਡਦੇ ਹਾਂ ਉਦੋਂ ਸਾਡਾ ਮਜ਼ਹਬ, ਸਾਡੀ ਜਾਤ, ਸਾਡਾ ਧਰਮ, ਸਾਡਾ ਮੁਲਕ, ਸਾਡਾ ਸਟੇਟ, ਸਾਡਾ ਬਲਾਕ, ਸਾਡਾ ਪਿੰਡ ਕੁਛ ਯਾਦ ਨਹੀਂ ਹੁੰਦਾ। ਉਦੋਂ ਸਿਰਫ ਤੁਸੀਂ ਇੱਕ ਟੀਮ ਦੇ ਤੌਰ ਤੇ ਖੇਡਦੇ ਆ ਤੇ ਸਾਹਮਣੇ ਵਾਲੀ ਟੀਮ ਨੂੰ ਹਰਾਉਣ ਲਈ ਖੇਡਦੇ ਆ ਤੇ ਆਪ ਜਿੱਤਣ ਲਈ ਖੇਡਦੇ ਆ, ਨਿਯਮਾਂ ਦੀ ਪਾਲਣਾ ਕਰਕੇ। ਅਸੀਂ ਕੁਝ ਇਹੋ ਜਿਹਾ ਨਹੀਂ ਕਰਦੇ ਕਿ ਦੂਸਰੇ ਖਿਡਾਰੀ ਦਾ ਕੋਈ ਨੁਕਸਾਨ ਕਰਕੇ ਅਸੀਂ ਕੋਈ ਟੀਮ ਜਾਂ ਕੋਈ ਮੈਚ ਜਿਹੜਾ ਹੈ ਉਹ ਜਿੱਤੀਏ ਜੀ। ਮੁਹੰਮਦ ਸ਼ਾਮੀ ਵਧੀਆ ਪਲੇਅਰ ਨੇ, ਭਾਰਤ ਲਈ ਖੇਡਦੇ ਨੇ ਤੇ ਸਿਰਫ ਔਰ ਸਿਰਫ ਉਹਨਾਂ ਦੀ ਜਿਹੜਾ ਮਜ਼ਹਬ ਆ ਉਹ ਦੂਸਰਾ ਹੋਣ ਕਰਕੇ ਉਹਨਾਂ ਨੂੰ ਟ੍ਰੋਲ ਹੋਣਾ ਪਿਆ। ਇਸ ਟ੍ਰੋਲ ਨੂੰ ਤੁਸੀਂ ਇਦਾਂ ਕਹਿ ਲਓ ਕਿ ਇਹਦੇ ਪਿੱਛੇ ਜਿਹੜੀ ਇੱਕ ਸੋਚੀ ਸਮਝੀ ਰਾਜਨੀਤੀ ਭਾਰਤ ਦੇ ਵਿੱਚ ਪਿਛਲੇ 7-8-10 ਸਾਲ ਤੋਂ ਡਿਵੈਲਪ ਕੀਤੀ ਜਾ ਰਹੀ ਆ, ਇਹ ਉਹਦੀ ਜਿਹੜੀ ਆ ਨਿਸ਼ਾਨੀ ਆ। ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਆ। ਕਿਸੇ ਵੀ ਪਲੇਅਰ ਨੂੰ ਇੱਕ ਮੈਚ ਦੇ ਵਿੱਚ ਚੰਗਾ ਪ੍ਰਦਰਸ਼ਨ ਨਾ ਕਰਨ ਲਈ ਗੱਦਾਰ ਕਹਿ ਦੇਣਾ, ਇਹਦੇ ਤੋਂ ਮਾੜੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਸਾਡੇ ਹੀ ਦੇਸ਼ ਦੇ ਵਿੱਚ ਜੇ ਉਸ ਮਜ਼ਹਬ ਦੀ ਗੱਲ ਕਰੀਏ ਤੇ ਕਰੋੜਾਂ ਲੋਕ ਉਸ ਮਜ਼ਹਬ ਦੇ ਰਹਿ ਰਹੇ ਨੇ, ਪਰ ਸਾਡੀ ਸਰਕਾਰ ਤੇ ਸਰਕਾਰ ਨੂੰ ਚਲਾਉਣ ਵਾਲੀ ਪਾਰਟੀ ਨੇ ਇਹ ਤਹਈਆ ਹੀ ਕਰ ਲਿਆ ਕਿ ਇੱਕ ਖਾਸ ਤਰ੍ਹਾਂ ਦੀ ਆਰਮੀ ਸੋਸ਼ਲ ਮੀਡੀਆ ਦੇ ਉੱਤੇ, ਸਾਰੀਆਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹ ਜਿਹੜੀ ਆ ਬੈਠੀ ਹੋਈ ਆ। ਪਰ ਫਿਰ ਉੱਥੇ ਜਿਹੜੀ ਘਟਨਾ ਆ ਉਹਨੇ ਇੱਕ ਦੂਸਰਾ ਰੂਪ ਲਿਆ। ਸਾਰੇ ਹੀ ਮੌਜੂਦਾ ਪਲੇਅਰਾਂ ਨੇ ਤੇ ਸਾਰੇ ਹੀ ਸਾਬਕਾ ਪਲੇਅਰਾਂ ਨੇ ਮੁਹੰਮਦ ਸ਼ਾਮੀ ਦਾ ਉੱਥੇ ਪੂਰਾ ਬਚਾਵ ਕੀਤਾ। ਤੇ ਮੈਨੂੰ ਲੱਗਦਾ ਆ ਕਿ ਇਹ ਜਿਹੜੇ ਕਿਸੇ ਵੀ ਇੱਕ ਪਲੇਅਰ ਨੂੰ ਇੱਕ ਮੈਚ ਦੇ ਲਈ ਗੱਦਾਰ ਕਹਿ ਦੇਣਾ, ਉਹ ਖੇਡ ਆ, ਉਹਨੂੰ ਖੇਡ ਦੇ ਤੌਰ ਤੇ ਇੰਜੋਏ ਕਰਨਾ ਚਾਹੀਦਾ। ਫਿਰ ਉਹ ਜੁੜਦੀ ਹੋਈ ਗੱਲ ਨਹੀਂ ਹੈਗੀ। ਸਰਕਾਰ ਤੇ ਸਾਡੀ ਜਿਹੜੀ ਸਰਕਾਰ ਚਲਾਉਣ ਵਾਲੀ ਪਾਰਟੀ ਆ ਉਹ ਪਿਛਲੇ ਕੁਝ ਸਾਲਾਂ ਤੋਂ ਰੌਲਾ ਪਾ ਰਹੀ ਆ ਕਿ ਚੀਨ ਸਾਡਾ ਵਿਰੋਧੀ ਮੁਲਕ ਆ, ਚੀਨ ਸਾਡਾ ਦੁਸ਼ਮਣ ਦੇਸ਼ ਆ ਤੇ ਚੀਨ ਦੇ ਨਾਲ ਅਸੀਂ ਵਪਾਰ ਜਿਹੜਾ ਹੈ ਉਹ ਨਹੀਂ ਕਰਨਾ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਲੋਕਲ ਫॉर ਵੋਕਲ ਦੀ ਗੱਲ ਕਰਦੇ ਨੇ ਤੇ ਜਦੋਂ ਨਾਲ ਦੀ ਨਾਲ ਫਿਰ ਪਿਛਲੇ 9 ਮਹੀਨਿਆਂ ਦੇ ਵਪਾਰ ਦੇ ਅੰਕੜੇ ਸਾਹਮਣੇ ਆਉਂਦੇ ਨੇ ਤੇ ਫਿਰ ਉਹ ਅੰਕੜੇ ਦੱਸਦੇ ਨੇ ਕਿ ਪਿਛਲੇ ਸਾਲ ਜਿਹੜਾ ਵਪਾਰ 45 ਤੋਂ 50 ਬਿਲੀਅਨ ਡਾਲਰ ਦਾ ਸੀ ਉਹ ਇਸ ਵਾਰ ਵੱਧ ਕੇ $100 ਬਿਲੀਅਨ ਦਾ
ਹੋ ਗਿਆ। ਬਿਲਕੁਲ 70% ਸਾਡਾ ਵਪਾਰ ਸਾਡੇ ਦੁਸ਼ਮਣ ਦੇਸ਼ ਨਾਲ ਵੱਧ ਗਿਆ, ਜਿਹਦੇ ਲਈ ਅਸੀਂ ਗੱਲਾਂ ਕਰਦੇ ਹਾਂ। ਤੇ ਜੇਕਰ ਕੋਈ ਦੂਸਰਾ ਪਲੇਅਰ ਇੱਕ ਦਿਨ ਚੰਗਾ ਖੇਡ ਨਹੀਂ ਖੇਡਦਾ ਤੇ ਅਸੀਂ ਉਹਨੂੰ ਗਦਾਰ ਕਹਿੰਦੇ ਹਾਂ। ਸਾਨੂੰ ਅੰਤਰਝਾਤ ਮਾਰਨ ਦੀ ਲੋੜ ਆ ਤੇ ਕਿਤੇ ਸ਼ੀਸ਼ੇ ਮੂਹਰੇ ਬੈਠ ਕੇ ਸੋਚਣ ਦੀ ਠੰਡੇ ਦਿਮਾਗ ਨਾਲ ਲੋੜ ਆ ਕਿ ਗਦਾਰ ਅਸਲ ਦੇ ਵਿੱਚ ਹੈ ਕੌਣ। ਖੇਡ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਤੇ ਦੇਸ਼ ਦੀ ਜੰਗ ਦੇ ਵਿੱਚ ਬਹੁਤ ਸਾਰਾ ਫਰਕ ਹੁੰਦਾ। ਜੀ ਸ਼ਰਮਾ ਜੀ, ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਸ਼ਰਮਾ ਜੀ, ਮੁਹੰਮਦ ਸ਼ਮੀ ਦੀ ਗੱਲ ਕਰ ਰਹੇ ਸੀ, ਇੱਕ ਖਾਸ ਧਰਮ ਨਾਲ ਜੁੜੇ ਹੋਣ ਕਰਕੇ ਉਹ ਕਾਫੀ ਟ੍ਰੋਲ ਹੋਏ ਨੇ ਤੇ ਦੂਜੇ ਪਾਸੇ ਉਸੇ ਹੀ ਧਰਮ ਨਾਲ ਸੰਬੰਧਿਤ ਜਿਹੜਾ ਸੂਬਾ ਹੈ ਉੱਥੇ ਅਮਿਤ ਸ਼ਾਹ ਨੇ 2 ਦਿਨਾਂ ਦੌਰਾ ਕੀਤਾ ਤੇ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਉਸੇ ਸੂਬੇ ਦੇ ਉਸੇ ਧਰਮ ਦੇ ਲੋਕਾਂ ਨੂੰ ਇਹ ਖਾਸ ਅਪੀਲ ਕੀਤੀ ਹੈ ਕਿ ਜਿਹੜੇ ਨੌਜਵਾਨ ਵਰਗ ਹੈ ਉਹ ਨੌਕਰੀਆਂ ਕੱਢ ਰਹੇ ਨੇ ਉਹਦੇ ਵਿੱਚੋਂ ਖਾਸ ਕਰਕੇ ਉਹ ਜੁੜਨ ਤਾਂ ਕਿ ਸੂਬੇ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਉਹ ਨੌਜਵਾਨ ਯੋਗਦਾਨ ਪਾ ਸਕਣ। ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤੁਹਾਡੀ ਗੱਲ ਨਾਲ ਥੋੜਾ ਸਹਿਮਤ ਹਾਂ ਕਿ ਕੋਈ ਵੀ ਸੂਬਾ ਭਾਰਤ ਵਿੱਚ ਕਿਸੇ ਖਾਸ ਧਰਮ ਨਾਲ ਜੁੜਿਆ ਹੋਇਆ ਜੀ, ਕਿਤੇ ਕਿਸੇ ਵੀ ਧਰਮ ਦੀ ਜਾਂ ਕਿਸੇ ਵੀ ਜਾਤੀ ਦੀ ਆਬਾਦੀ ਵੱਧ ਹੋ ਸਕਦੀ ਹੈ, ਪਰ ਭਾਰਤ ਦੀ ਜਿਹੜੀ ਖੂਬਸੂਰਤੀ ਹੈ ਨਾ ਜੀ ਸਾਰੀ ਦੁਨੀਆ ਦੇ ਵਿੱਚ, ਉਹ ਇਹਨਾਂ 2 ਗੱਲਾਂ ਕਰਕੇ ਹੀ ਹੈ। ਇੱਕ ਤਾਂ ਇੱਥੇ ਜਿਹੜੇ ਮੌਸਮ ਆ ਉਹ ਸਾਰੇ ਹੀ ਆਉਂਦੇ ਨੇ ਤੇ ਦੂਸਰਾ ਇੱਥੇ ਲੋਕ ਵੀ ਸਾਰੇ ਧਰਮਾਂ ਦੇ, ਸਾਰੀਆਂ ਜਾਤੀਆਂ ਦੇ, ਸਾਰੇ ਹੀ ਮਜ਼ਹਬਾਂ ਦੇ ਲੋਕ ਇੱਥੇ ਏਕਤਾ ਦੇ ਨਾਲ ਰਹਿੰਦੇ ਨੇ। ਯੂਨਿਟੀ ਐਂਡ ਡਾਈਵਰਸਿਟੀ ਦੀ ਜਿਹੜੀ ਅਸੀਂ ਮਿਸਾਲ ਪੇਸ਼ ਕਰਦੇ ਸੀ ਉਹ ਬਾਕੀ ਦੁਨੀਆ ਦੇ ਵਿੱਚ ਇੰਨੀ ਤਰੀਕੇ ਦੀ ਨਹੀਂ ਮਿਲਦੀ ਜਿੰਨੀ ਇੱਥੇ ਮਿਲਦੀ। ਬਿਲਕੁਲ। ਜਦੋਂ ਅਸੀਂ ਬੋਲੀਆਂ ਦੀ ਗੱਲ ਕਰਦੇ ਹਾਂ ਤੇ ਇੱਥੇ ਸੈਂਕੜੇ ਬੋਲੀਆਂ, ਜਦੋਂ ਅਸੀਂ ਜਾਤੀਆਂ ਦੀ ਗੱਲ ਕਰਦੇ ਹਾਂ ਤੇ ਇੱਥੇ ਸੈਂਕੜੇ ਜਾਤੀਆਂ, ਜਦੋਂ ਅਸੀਂ ਧਰਮਾਂ ਦੀ ਗੱਲ ਕਰਦੇ ਹਾਂ ਤੇ ਸਾਰੀ ਦੁਨੀਆ ਦੇ ਸਾਰੇ ਹੀ ਧਰਮ ਇੱਥੇ ਮਿਲਦੇ ਨੇ। ਜਦੋਂ ਅਸੀਂ ਮੌਕਿਆਂ ਦੀ ਗੱਲ ਕਰਦੇ ਹਾਂ ਤੇ ਹਰ ਧਰਮ ਦੇ, ਹਰ ਵਰਗ ਦੇ, ਹਰ ਜਾਤ ਦੇ ਲੋਕਾਂ ਨੂੰ ਜਿਹੜੇ ਮੌਕੇ ਉਹ ਮਿਲਦੇ ਨੇ, ਚਾਹੇ ਉਹ ਸਿੱਧੇ ਮਿਲਦੇ ਨੇ, ਚਾਹੇ ਉਹ ਕਿਸੇ ਖਾਸ ਸਰਕਾਰੀ ਤਜਵੀਜ਼ ਦੇ ਵਿੱਚ ਜਾ ਕੇ ਫਿਰ ਉਹਨਾਂ ਨੂੰ ਦਿੱਤੇ ਜਾਣ। ਜਿਹੜੀ ਤੁਸੀਂ ਮੁਹੰਮਦ ਸ਼ਾਮੀ ਦੀ ਗੱਲ ਕੀਤੀ ਉਹਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਵੀ ਬੰਦੇ ਨੂੰ ਜਾਤ ਤੋਂ ਨਾ ਦੇਖੋ, ਉਹਨੂੰ ਦੇਖਣ ਦਾ ਜਿਹੜਾ ਤੁਹਾਡਾ ਪੈਰਾਮੀਟਰ ਆ ਉਹ ਉਹਦੀ ਕੈਪੈਸਿਟੀ, ਉਹ ਉਹਦਾ ਕੰਮ ਹੋਣਾ ਚਾਹੀਦਾ। ਬਿਲਕੁਲ। ਤੇ ਜੰਮੂ ਕਸ਼ਮੀਰ ਦਾ ਜਿਹੜਾ ਉਹ ਇੰਟਾਇਰਲੀ ਇੱਕ ਡਿਫਰੈਂਟ ਸਿਚੁਏਸ਼ਨ ਚੋਂ ਲੰਘ ਰਿਹਾ ਭਾਰਤ ਦਾ ਇੱਕ ਬਹੁਤ ਹੀ ਖੂਬਸੂਰਤ, ਬਹੁਤ ਹੀ ਕਲਚਰਲ ਵਾਈਜ਼ ਐਨਰਿਚ ਜਿਹੜਾ ਸਟੇਟ ਆ। ਸਟੇਟ ਨੂੰ ਛੱਡ ਕੇ ਹੁਣ ਉਹਨੂੰ ਭਾਵੇਂ ਯੂਨੀਅਨ ਟੈਰੀਟਰੀਜ਼ ਬਣਾ ਦਿੱਤਾ ਗਿਆ। ਅਗਸਤ 19 ਜਦੋਂ ਇਹ ਕੰਮ ਘਟਨਾ ਹੁੰਦੀ ਆ, 370 ਨੂੰ ਖਤਮ ਕਰਕੇ ਉਹਨੂੰ ਯੂਨੀਅਨ ਟੈਰੀਟਰੀਜ਼ ਦੇ ਵਿੱਚ ਬਣਾ ਦਿੱਤਾ ਜਾਂਦਾ। ਉਸ ਤੋਂ ਬਾਅਦ ਅਕਤੂਬਰ 21 ਅਪਰੋਕਸੀਮੇਟਲੀ 2.25 ਸਾਲ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਪਹਿਲੀ ਵਾਰ ਉੱਥੇ ਜਾਂਦੇ ਨੇ। ਤੇ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਸੱਦ ਕੇ ਉੱਥੋਂ ਦੇ ਕੁਝ ਲੀਡਰਸ ਨਾਲ ਪ੍ਰਧਾਨ ਮੰਤਰੀ ਹਾਲਾਂਕਿ ਮੁਲਾਕਾਤ ਕਰ ਚੁੱਕੇ ਨੇ। ਪਰ ਜਿੱਦਾਂ ਸਮਾਂ ਮੂਹਰੇ 24 ਦਾ ਨੇੜੇ ਆ ਰਿਹਾ, ਚੋਣਾਂ ਵੀ ਨੇੜੇ ਆ ਰਹੀਆਂ, ਉਸ ਦੇ ਨਾਲ ਦੀ ਨਾਲ ਇੱਥੇ ਜਿਹੜੇ ਹਾਲਾਤ ਆ ਉਹ ਚੰਗੇ ਹੋਣ ਦੀ ਬਜਾਏ ਬੀਤੇ ਕੁਝ ਦਿਨਾਂ ਦੇ ਵਿੱਚ ਖਰਾਬ ਹੁੰਦੇ ਨਜ਼ਰ ਆਏ। 11 ਸਿਵਿਲੀਅਨਸ ਦੀ ਉੱਥੇ ਹੱਤਿਆ ਹੁੰਦੀ ਹੈ ਤੇ ਹੱਤਿਆ ਜਿਹੜੀ ਆ ਉਹ ਉਹਨਾਂ ਦਿਨਾਂ ਦੀ ਯਾਦ ਦਿਵਾਉਂਦੀ ਆ ਸਾਨੂੰ ਪੰਜਾਬ ਬੈਠਿਆਂ ਨੂੰ, ਖਾਸ ਤੌਰ ਤੇ ਜਦੋਂ ਪੰਜਾਬ ਦੇ ਵਿੱਚ ਇਹੋ ਜਿਹਾ ਦੌਰ ਸੀ ਕਿ ਖਾਸ ਤਰ੍ਹਾਂ ਦੇ, ਖਾਸ ਧਰਮ ਦੇ ਲੋਕ ਚੁਣ ਕੇ ਮਾਰੇ ਜਾਂਦੇ ਸੀ। ਇਸੇ ਤਰੀਕੇ ਨਾਲ ਉੱਥੇ ਵੀ ਕੁਝ ਹਿੰਦੂ, ਕੁਝ ਸਿੱਖ ਜਾਂ ਕੁਝ ਨਾਨ ਕਸ਼ਮੀਰੀਜ਼ ਜਿਹੜੇ ਕਸ਼ਮੀਰ ਦੇ ਰਹਿਣ ਵਾਲੇ ਨਹੀਂ ਸੀ, ਉਹ ਚਾਹੇ ਉਹ ਬਿਹਾਰ ਤੋਂ ਆਏ ਹੋਏ ਸੀ ਜਾਂ ਕੁਝ ਹੋਰ ਸੂਬਿਆਂ ਤੋਂ ਸੀ, ਉਹਨਾਂ ਦੀ ਜਿਹੜੀ ਆ ਟਾਰਗੇਟ ਕਿਲਿੰਗ ਜਿਹੜੀ ਕੀਤੀ ਗਈ। ਉਸ ਤੋਂ ਬਾਅਦ ਅਮਿਤ ਸ਼ਾਹ ਨੇ ਉੱਥੇ ਆਪਣਾ ਜਿਹੜਾ ਦੌਰਾ ਪ੍ਰਪੋਜ਼ ਕੀਤਾ ਤੇ ਕਿਹਾ ਇਹ ਜਾਂਦਾ ਕਿ ਉਹ ਦੌਰਾ ਉੱਥੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ। ਉੱਥੇ ਜਾ ਕੇ ਉਹਨਾਂ ਨੇ ਵੱਖ-ਵੱਖ ਲੋਕਾਂ ਨੂੰ ਮਿਲਣ ਦੀ ਗੱਲ ਕੀਤੀ ਹੈ, ਵੱਖ-ਵੱਖ ਜਿਨ੍ਹਾਂ ਦੀ ਕਿਲਿੰਗਸ ਹੋਈਆਂ ਉਹਨਾਂ ਲੋਕਾਂ ਨੂੰ ਵੀ ਉਹ ਮਿਲੇ ਨੇ, ਉਹਨਾਂ ਨੂੰ ਵੀ ਉਹਨਾਂ ਨੇ ਆਪਣੀ ਜਿਹੜੀ ਆ ਸਤਾਵਨਾ ਦਿੱਤੀ ਆ ਕਿ ਅਸੀਂ ਤੁਹਾਡੇ ਨਾਲ ਆ, ਤੁਹਾਡੀ ਮਦਦ ਕਰਾਂਗੇ। ਤੇ ਕੁਝ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜੀਆਂ ਵਿਕਾਸ ਦੀਆਂ ਉਹ ਗੱਲਾਂ ਕਰਦੇ ਰਹੇ ਨੇ ਅਕਸਰ, ਉਹਦੀ ਗੱਲ ਵੀ ਕੀਤੀ ਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕੀ ਪਾਕਿਸਤਾਨ ਨਾਲ ਕੋਈ ਗੱਲਬਾਤ ਜਿਹੜੀ ਆ, ਕੋਈ ਨੈਗੋਸੀਏਸ਼ਨ ਸ਼ੁਰੂ ਕਰੋਗੇ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਨਾਲ ਹੀ ਗੱਲ ਕਰਾਂਗੇ, ਅਸੀਂ ਪਾਕਿਸਤਾਨ ਨਾਲ ਗੱਲ ਜਿਹੜੀ ਆ ਉਹ ਨਹੀਂ ਕਰਾਂਗੇ। ਅਸੀਂ ਭਾਰਤੀ ਹੋਣ ਦੇ ਨਾਤੇ ਇਹ ਗੱਲ ਆਜ਼ਾਦੀ ਤੋਂ ਹੀ ਦੇਖਦੇ ਹਾਂ ਕਿ ਪਾਕਿਸਤਾਨ ਨੇ ਕਦੀ ਵੀ ਇਹ ਜਿਹੜਾ ਮੁੱਦਾ ਆ ਇਹਨੂੰ ਛੱਡਿਆ ਨਹੀਂ। ਉੱਥੇ ਹਿੰਸਾ ਜਿਹੜੀ ਹੋ ਰਹੀ ਆ, ਚਾਹੇ ਉਹ ਮਜ਼ਹਬ ਦੇ ਨਾਂ ਤੇ ਹੋ ਰਹੀ ਆ, ਚਾਹੇ ਉਹ ਜਾਤ ਦੇ ਨਾਂ ਤੇ ਹੋ ਰਹੀ ਆ, ਉਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਹੱਥ ਆ ਉਹ ਰਹਿੰਦਾ।
ਉੱਥੇ ਦੀ ਸਰਕਾਰ ਚਾਹੁੰਦੀ ਆ ਕਿ ਨਹੀਂ ਚਾਹੁੰਦੀ, ਇਸ ਗੱਲ ਦੇ ਉੱਤੇ ਵੀ ਹਮੇਸ਼ਾ ਜਿਹੜਾ ਸੰਸ਼ੇ ਬਣਿਆ ਰਹਿੰਦਾ। ਪਰ ਉੱਥੇ ਦੀਆਂ ਜਿਹੜੀਆਂ ਕੱਟੜਵਾਦੀ ਤਾਕਤਾਂ ਨੇ, ਜਿਹੜੀਆਂ ਫਿਰਕੂ ਤਾਕਤਾਂ ਨੇ, ਜਿਨ੍ਹਾਂ ਦਾ ਜਿਹੜਾ ਮਸਲਾ ਆ, ਜਿਨ੍ਹਾਂ ਦਾ ਜਿਹੜਾ ਰੋਟੀ ਪਾਣੀ ਉਹ ਧਰਮ ਦੇ ਨਾਮ ਤੇ ਚੱਲਦਾ, ਉਹ ਇੱਧਰ ਵੀ ਹੈਗੀਆਂ ਨੇ। ਜੰਮੂ ਕਸ਼ਮੀਰ ਨੂੰ ਤੋੜਨ ਦੀ ਲੋੜ ਵੀ ਇਸੇ ਕਰਕੇ ਪਈ, ਸਟੇਟ ਬਣਾਉਣ ਦੀ ਲੋੜ ਵੀ ਇਸ ਕਰਕੇ ਪਈ, ਕਿਉਂਕਿ ਜਿਹੜੀਆਂ ਉੱਥੇ ਰਿਆਸਤੀ ਤਾਕਤਾਂ ਬੈਠੀਆਂ ਸੀ, ਜਿਹੜੀਆਂ ਸਿਆਸਤ ਦੀ ਰੋਟੀ ਉਸ ਮਜ਼ਹਬ ਵਾਲੇ ਮਸਲੇ ਤੇ ਸੇਕਦੀਆਂ ਸੀ, ਉਹ ਸਰਕਾਰ ਵੀ ਬਣਾਉਂਦੇ ਸੀ, ਕੇਂਦਰ ਸਰਕਾਰ ਤੋਂ 370 ਦੇ ਅਧੀਨ ਸਪੈਸ਼ਲ ਰਿਆਇਤਾਂ ਵੀ ਲੈਂਦੇ ਸੀ, ਤੇ ਜਿਹੜਾ ਮਸਲਾ ਆ ਉਹਨੂੰ ਹੱਲ ਫੇਰ ਨਹੀਂ ਸੀ ਕਰਦੇ। ਬੀਤੇ ਦਿਨੀ ਇੱਕ ਕਿਤਾਬ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਸੀ ਕਿ ਜਦੋਂ ਮਨਮੋਹਨ ਸਿੰਘ ਨੇ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਹੁੰਦੇ ਹੁੰਦੇ ਕਿਹਾ ਕਿ ਮੈਡਮ ਉਹ ਮਸਲਾ ਸਾਨੂੰ ਹੱਲ ਕਰਨਾ ਚਾਹੀਦਾ, ਉਹ ਮਸਲਾ ਹੱਲ ਹੋ ਸਕਦਾ, ਤੇ ਫਿਰ ਇਹ ਗੱਲ ਕਿਸੇ ਕਿਤਾਬ ਦੇ ਹਵਾਲੇ ਚੋਂ ਆ ਕਿ ਉਹਨਾਂ ਨੇ ਕਿਹਾ ਕਿ ਜੇਕਰ ਇਹ ਮਸਲਾ ਹੱਲ ਕਰ ਦਿੱਤਾ ਤਾਂ ਤੁਹਾਡੇ ਤੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਬਣਨਗੇ ਉਹ ਕੀ ਕਰਨਗੇ। ਸੋ ਇਹਦੇ ਤੋਂ ਇਹ ਗੱਲ ਸਿੱਧ ਹੁੰਦੀ ਆ ਕਿ ਜਿਹੜੀ ਰਾਜਨੀਤੀ ਆ ਉਹ ਮੁੱਦਿਆਂ ਨੂੰ ਜੀਵਤ ਰੱਖਦੀ ਆ। ਜਿੱਦਾਂ ਬੀਬੀਆਂ ਚੁੱਲ੍ਹੇ ਦੇ ਵਿੱਚ ਅੱਗ ਨੂੰ ਰੱਖ ਲੈਂਦੀਆਂ ਸੀ ਰਾਤ ਨੂੰ ਸੁਆਹ ਪਾ ਕੇ, ਤੇ ਸਵੇਰੇ ਫੋਲ ਕੇ ਜਦੋਂ ਲੋੜ ਪੈਂਦੀ ਸੀ ਫਿਰ ਬਾਲ ਲੈਂਦੀਆਂ ਸੀ। ਉਹਨਾਂ ਦਾ ਮਕਸਦ ਤਾਂ ਹੁੰਦਾ ਸੀਗਾ ਕਿ ਸਵੇਰੇ ਜਿਹੜੀ ਤੀਲ ਆ ਉਹ ਨਾ ਬਾਲਣੀ ਪਵੇ, ਪਰ ਇਹਨਾਂ ਦਾ ਮਕਸਦ ਇਹ ਹੁੰਦਾ ਕਿ ਜਿਹੜੀਆਂ ਸਾਡੀਆਂ ਰੋਟੀਆਂ ਆ ਉਹ ਕਦੋਂ ਕਿੱਦਾਂ ਸੇਕੀਆਂ ਜਾਣ, ਤੇ ਅਸੀਂ ਵੋਟਾਂ ਜਿਹੜੀਆਂ ਆ ਉਹ ਕਿੱਦਾਂ ਬਟੋਰੀਏ। ਅਮਿਤ ਸ਼ਾਹ ਦਾ ਜੰਮੂ ਕਸ਼ਮੀਰ ਜਾਣਾ ਬਹੁਤ ਚੰਗੀ ਗੱਲ ਸੀ, ਜਾਣਾ ਚਾਹੀਦਾ। ਉੱਥੇ ਦੇ ਹਾਲਾਤਾਂ ਦੇ ਮੱਦੇਨਜ਼ਰ ਉੱਥੋਂ ਤੁਸੀਂ ਗਰਾਊਂਡ ਰਿਐਲਿਟੀਜ਼ ਨਾਲ ਵਾਕਿਫ ਹੁੰਦੇ ਆ, ਲੋਕਾਂ ਨੂੰ ਮਿਲਦੇ ਆ, ਤੇ ਘਾਟੀ ਦੇ ਵਿੱਚ ਜਿਹੜੀ ਸ਼ਾਂਤੀ ਦੀ ਬਹਾਲੀ ਆ ਉਹਦੇ ਲਈ ਜੋ ਸੰਭਵ ਆ ਉਹ ਕਰਨਾ ਚਾਹੀਦਾ। ਸਿਰਫ ਉੱਥੇ 370 ਨੂੰ ਤੋੜ ਕੇ ਵਾਹ-ਵਾਹੀ ਨਾ ਲੁੱਟੋ, ਸਿਰਫ ਦੇਸ਼ ਨੂੰ ਇੱਕ ਧਰਮ ਵਿਸ਼ੇਸ਼ ਦੇ ਨਜ਼ਰੀਏ ਤੋਂ ਨਾ ਦੇਖ ਕੇ ਦੇਸ਼ ਨੂੰ ਦੇਸ਼ ਦੇ ਨਜ਼ਰੀਏ ਤੋਂ ਦੇਖੀਏ। ਜੇ ਇਕੱਲਾ ਹੀ ਗੁਲਾਬ ਹੋਵੇਗਾ ਤਦ ਵੀ ਸੋਹਣਾ ਨਹੀਂ ਲੱਗੂਗਾ, ਜੇ ਇਕੱਲਾ ਹੀ ਡੇਰੀਆ ਹੋਵੇਗਾ ਤਦ ਵੀ ਸੋਹਣਾ ਨਹੀਂ ਲੱਗੇਗਾ। ਭਾਰਤ ਇੱਕ ਐਸਾ ਗੁਲਦਸਤਾ ਹੈ ਜਿਹਦੇ ਵਿੱਚ ਸਾਰੇ ਰੰਗਾਂ ਦੇ, ਸਾਰੇ ਤਰ੍ਹਾਂ ਦੇ ਫੁੱਲ ਜਿਹੜੇ ਹੋਣੇ ਚਾਹੀਦੇ ਆ, ਫੇਰ ਹੀ ਭਾਰਤ ਦੀ ਜਿਹੜੀ ਯੂਨਿਟੀ ਐਂਡ ਡਾਈਵਰਸਿਟੀ ਵਾਲੀ ਆਤਮਾ ਆ, ਜਿਹੜੀ ਸਾਡੀ ਜਿਹੜੀ ਇੱਕ ਪਹਿਚਾਣ ਆ, ਉਹਨੂੰ ਕਾਇਮ ਰੱਖਣਾ ਜਿਹੜਾ ਆ ਉਹ ਜ਼ਰੂਰੀ ਆ, ਨਾ ਕਿ ਕਿਸੇ ਜਾਤੀ ਜਾਂ ਧਰਮ ਵਿਸ਼ੇਸ਼ ਦੇ ਨਾਲ ਬੰਨ੍ਹ ਦੇਣਾ। ਜੀ ਸ਼ਰਮਾ ਜੀ, ਤੁਸੀਂ ਗੱਲ ਕੀਤੀ ਹੈ ਕਿ ਭਾਰਤ ਇੱਕ ਇਹੋ ਜਿਹਾ ਗੁਲਦਸਤਾ ਜਿਹਦੇ 'ਚ ਵੱਖਰੇ ਵੱਖਰੇ ਰੰਗਾਂ ਦੇ ਫੁੱਲ ਨੇ, ਤੇ ਇਹਨਾਂ ਵਿੱਚ ਜੇ ਅਸੀਂ ਗੱਲ ਕਰ ਲਈਏ ਕਿ ਜਿਹੜੇ ਲੋਕ ਨੇ ਸਾਡੇ ਉਹ ਵੱਖ-ਵੱਖ ਧਰਮਾਂ ਤੋਂ ਹੈ ਨੇ, ਭਾਵੇਂ ਐਂਟਰਟੇਨਮੈਂਟ ਦੇ ਵਿੱਚ ਨੇ, ਭਾਵੇਂ ਜਾਂ ਉਹ ਖੇਡਾਂ ਦੇ ਵਿੱਚ ਨੇ। ਤੇ ਜੇ ਅਸੀਂ ਗੱਲ ਕਰ ਲਈਏ ਐਂਟਰਟੇਨਮੈਂਟ ਜਗਤ ਦੀ, ਉਹਦੇ ਵਿੱਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਹੈ ਜਿਹੜੇ, ਉਹ ਇਸ ਟਾਈਮ ਜੋ ਡਰੱਗ ਕੇਸ ਦੇ ਵਿੱਚ ਫਸੇ ਹੋਏ ਨੇ, ਤੇ ਪਾਕਿਸਤਾਨ ਵੱਲੋਂ ਕਾਫੀ ਟਵੀਟ ਕੀਤੇ ਜਾ ਰਹੇ ਨੇ ਕਿ ਵਾਪਸ ਆ ਜਾਓ, ਤੁਸੀਂ ਇੰਡੀਆ ਦੇ ਵਿੱਚ ਸੇਫ ਨਹੀਂ ਹੋ। ਕੀ ਤੁਹਾਨੂੰ ਲੱਗਦਾ ਕਿ ਇਹੋ ਜਿਹੀ ਕੋਈ ਸਥਿਤੀ ਹੈ? ਹਰਪ੍ਰੀਤ ਜੀ, ਗੱਲ ਇਵੇਂ ਆ ਕਿ ਜਦੋਂ ਕੋਈ ਕੇਸ ਸਾਡੇ ਸਾਹਮਣੇ ਆਉਂਦਾ, ਫਿਰ ਲੋਕਤੰਤਰ ਦਾ ਜਿਹਨੂੰ ਅਸੀਂ ਚੌਥਾ ਸਤੰਭ ਕਹਿੰਦੇ ਆ ਨਾ, ਮੀਡੀਆ, ਉਹਦੇ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਉਸ ਚੀਜ਼ ਦੀ ਅਸੀਂ ਪੇਸ਼ਕਾਰੀ ਕਿਵੇਂ ਕਰਨੀ ਹੈ। ਬਿਲਕੁਲ। ਨਾਲ ਦੀ ਨਾਲ ਜਿਹੜੀ ਰਾਜਨੀਤੀ ਆ ਉਹਨੇ ਤੇ ਆਪਣਾ ਰੋਲ ਜਿਹੜਾ ਨਿਭਾਉਣਾ ਹੀ ਆ। ਤੁਸੀਂ ਇੱਕ ਕੇਸ ਦੀ ਗੱਲ ਕੀਤੀ, ਭਾਰਤ ਦੇ ਵਿੱਚ ਬਹੁਤ ਹੀ ਵੱਡਾ ਵਕਾਰੀ ਨਾਮ ਬਣਾਇਆ ਹੋਇਆ ਸ਼ਾਹਰੁਖ ਖਾਨ ਨੇ, ਐਜ਼ ਐਨ ਐਕਟਰ ਵੀ ਤੇ ਐਜ਼ ਏ ਬਿਜ਼ਨਸਮੈਨ ਵੀ। ਉਹਨਾਂ ਦਾ ਬਿਜ਼ਨਸ ਵੀ ਐਕਟਿੰਗ ਆ, ਤੇ ਇਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਪੁਰਸਕਾਰ ਜਿਹੜੇ ਆ ਉਹ ਮਿਲ ਚੁੱਕੇ ਆ। ਆਸਟ੍ਰੇਲੀਆ ਦੀ ਯੂਨੀਵਰਸਿਟੀ ਚੋਂ ਉਹਨਾਂ ਨੂੰ ਡਾਕਟਰੇਟ ਦੀ ਉਪਾਧੀ ਮਿਲਦੀ ਆ, ਫਰਾਂਸ ਦੀ ਸਰਕਾਰ ਉਹਨਾਂ ਨੂੰ ਆਪਣਾ ਸਭ ਤੋਂ ਵੱਡਾ ਵਕਾਰੀ ਜਿਹੜਾ ਪੁਰਸਕਾਰ ਆ ਉਹ ਦਿੰਦੀ ਆ, ਤੇ ਨੈਸ਼ਨੈਲਿਟੀ ਵੀ ਦਿੰਦੀ ਆ। ਤੇ ਭਾਰਤ ਦੀਆਂ ਕਈ ਯੂਨੀਵਰਸਿਟੀਜ਼ ਨੇ ਦਿੱਤੀਆਂ, ਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਭੂਸ਼ਣ ਵੀ ਜਿਹੜਾ ਉਹ ਦਿੱਤਾ। ਉਹਨਾਂ ਦਾ ਬੇਟਾ ਆ, 23 ਸਾਲ ਉਹਦੀ ਉਮਰ ਆ, ਉਹਦੀ ਉਮਰ ਦੇ ਮੁਤਾਬਕ ਜਿਹੜੀ ਉਹਦੀ ਜਿਹੜੀ ਸਮਝਦਾਰੀ ਆ ਉਹ ਹਲੇ ਕੱਚੀ ਆ। ਹਾਲਾਂਕਿ ਉਹ ਸੈਲੀਬ੍ਰਿਟੀ ਹੋਣ ਦੇ ਕਰਕੇ ਇਸ ਚੱਕਰ ਦੇ ਵਿੱਚ ਜ਼ਰੂਰ ਆ, ਅਸੀਂ ਉਹਨੂੰ ਬਰੀ ਨਹੀਂ ਕਰਦੇ। ਬਿਲਕੁਲ। ਉਹਦੇ ਕੋਲ ਡਰੱਗ ਜਿਹੜੇ ਆ ਉਹ ਫੜੇ ਗਏ ਆ, ਤੇ ਉਹਨਾਂ ਨੇ ਸ਼ਾਇਦ ਉਸ ਜਾਂਚ ਦੇ ਦੌਰਾਨ ਮੰਨਿਆ ਵੀ ਆ। ਪਰ ਕੀ ਇੱਕ ਬੱਚਾ ਤੁਸੀਂ ਉਹਨੂੰ ਬਾਲਗ ਕਹਿ ਸਕਦੇ ਆ, ਨਾਬਾਲਗ ਨਹੀਂ ਹੈਗਾ, ਉਹ ਛੋਟਾ ਨਹੀਂ ਹੈਗਾ, ਪਰ ਉਹਦੇ ਤੋਂ ਤੁਸੀਂ ਜਿੰਨੀ ਕੁ ਮਾਤਰਾ ਦੇ ਵਿੱਚ ਜਿਹੜੀ ਕੋਈ ਅਵੈਧ ਚੀਜ਼ ਫੜੀ ਆ, ਉਹਦੇ ਤੋਂ ਫੜੀ ਆ ਜਾਂ ਉਹਦੇ ਦੋਸਤ ਤੋਂ ਫੜੀ ਆ, ਉਸ ਤੋਂ ਬਾਅਦ ਤੁਸੀਂ ਉਹਦੇ ਤੇ ਕਿੰਨੀ ਕੁ ਸਖਤੀ ਕਰ ਸਕਦੇ ਆ। ਜਿਹੜਾ ਤੁਹਾਡਾ ਕਾਨੂੰਨ ਇਸ ਡਰੱਗ ਦੇ ਮਸਲੇ ਨਾਲ ਟਰੀਟ ਕਰਦਾ ਆ, ਉਹਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਨੇ। ਇੱਕ ਤੇ ਹੈਗੀ ਆ ਕਿ ਕੀ ਤੁਸੀਂ ਉਹ ਜਿਹੜੀ ਮਾਤਰਾ ਆ ਉਹ ਕੰਜ਼ੰਪਸ਼ਨ ਜੋਗੀ ਆ ਜਾਂ ਉਹ ਬਿਜ਼ਨਸ ਜੋਗੀ ਆ। ਕੀ ਤੁਸੀਂ ਉਹਨੂੰ ਵੇਚਣ ਦੇ ਲਈ ਆ, ਕੀ ਉਹ ਕਿਲੋ ਤੋਂ ਵੱਧ ਆ, ਜੋ ਵੀ ਉਹਦੀ ਮਿਕਦਾਰ ਫਿਕਸ ਕੀਤੀ ਹੋਈ ਆ ਕਮਰਸ਼ੀਅਲ ਹੋਣ ਲਈ। ਫਿਰ ਉਸ ਤੋਂ ਬਾਅਦ ਜੇਕਰ ਉਹ ਮਾਤਰਾ ਸਿਰਫ ਕੰਜ਼ਿਊਮੇਬਲ ਹੈਗੀ ਆ, ਵਰਤੋਂ ਕਰਨ ਜੋਗੀ ਆ, ਫਿਰ ਤੁਹਾਡਾ ਜਿਹੜਾ ਉੱਥੇ ਕਾਨੂੰਨ ਇਹ ਕਹਿੰਦਾ ਆ ਕਿ ਇਸ ਬੰਦੇ ਨੂੰ ਇਸ ਲੱਤ ਤੋਂ ਛਡਾਉਣ ਲਈ ਕੰਮ ਕੀਤਾ ਜਾਵੇ, ਨਾ ਕਿ ਉਹਨੂੰ ਕਨਵਿਕਸ਼ਨ ਦੇ ਵਿੱਚ, ਸਜ਼ਾ ਦੇ ਵਿੱਚ ਲੈ ਕੇ ਆਂਦਾ ਜਾਵੇ। ਉਹਨਾਂ 2 ਦਿਨਾਂ ਦੇ ਵਿੱਚ, ਜਿਨ੍ਹਾਂ ਦਿਨਾਂ ਦੇ ਵਿੱਚ ਇਹ ਘਟਨਾ ਘਟਦੀ ਆ, ਬੰਬੇ ਤੋਂ ਗੋਆ ਜਾਣ ਵਾਲੇ ਇੱਕ ਕਰੂਜ਼ ਦੇ ਉੱਤੇ ਕੁਝ ਹਜ਼ਾਰ ਕੁ ਲੋਕ ਸ਼ਾਮਲ ਸੀ, ਜਿੱਥੇ ਜਿਹੜੇ ਸਾਰੇ ਹੀ ਵੱਡੇ ਸੀ ਉਹ ਰੇਵ ਪਾਰਟੀਜ਼ ਦੀ ਗੱਲ ਕਰਦੇ ਆ। ਅਸਲ ਦੇ ਵਿੱਚ ਬਾਲੀਵੁੱਡ ਦੀ ਦੁਨੀਆ ਜਾਂ ਜਿਹੜੇ ਇਹ ਰਾਈਸ ਲੋਕ ਆ, ਇਹਨਾਂ ਦੀ ਇੱਕ ਦੁਨੀਆ ਵੱਖਰੀ ਆ। ਇਹਨਾਂ ਦੇ ਜਿਹੜੇ ਰਹਿਣ ਸਹਿਣ ਦਾ ਸਿਸਟਮ ਆ ਉਹ ਆਮ ਲੋਕਾਂ ਦੀ ਸਮਝ ਤੋਂ ਪਰਲੇ ਦਰਜੇ ਦਾ ਹੈ। ਮੈਂ ਗੱਲ ਕਰਦਾ ਸੀ ਕਿ ਉਹਨਾਂ ਹੀ ਦਿਨਾਂ ਦੇ ਵਿੱਚ
ਭਾਰਤ ਦੇ 3 ਹੋਰ ਹਿੱਸਿਆਂ ਦੇ ਵਿੱਚ ਵੀ ਵੱਡੀ ਖੇਪ ਦੇ ਵਿੱਚ ਸਮਾਨ ਫੜਿਆ ਗਿਆ। ਬਿਲਕੁਲ। ਅੰਮ੍ਰਿਤਸਰ ਡਰੋਨ ਦੇ ਨਾਲ ਘਟਨਾਵਾਂ ਹੋਈਆਂ ਤੇ 2 ਹੋਰ ਗੋਆ ਦੇ ਵਿੱਚ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਫੜੀ ਗਈ। ਅਡਾਨੀ ਗਰੁੱਪ ਚ ਵੀ ਅਡਾਨੀ ਗਰੁੱਪ ਉਸ ਤੋਂ ਕੁਝ ਦਿਨ ਪਹਿਲਾਂ ਦੀ ਘਟਨਾ ਹੈ, ਉਹਨੂੰ ਤੁਸੀਂ ਵੱਖਰਾ ਰੱਖ ਲਈਏ। ਮਤਲਬ ਮੈਂ ਕਹਿ ਰਹੀ ਸੀ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ। ਪਰ ਐਨਸੀਬੀ ਨੇ ਹੋਰ ਕਿਤੇ ਕੋਈ ਜਿਹੜੀ ਖਾਸ ਕਹਾਣੀ ਦਿਖਾਈ ਨਹੀਂ, ਹੋਰ ਚੁਸਤੀ ਫੁਰਤੀ ਜਿਹੜੀ ਕਿਤੇ ਵੀ ਦਿਖਾਈ ਨਹੀਂ। ਇਸੇ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਰਾਜਨੀਤੀ ਹੋਣ ਦੀ ਸੰਭਾਵਨਾ ਜਿਹੜੀ ਉਹ ਬਿਲਕੁਲ ਪ੍ਰਬਲ ਆ। ਬੀਤੇ ਦਿਨਾਂ ਦੇ ਵਿੱਚ ਜਿਹੜੇ ਉੱਥੇ ਆਫੀਸਰ ਐਨਸੀਬੀ ਨੂੰ ਦੇਖ ਰਹੇ ਨੇ ਵਾਨਖੇੜੇ, ਉਹਨਾਂ ਦੇ ਉੱਤੇ ਉਹਨਾਂ ਦੇ ਹੀ ਉਸੇ ਟੀਮ ਦੇ ਵਿੱਚ ਇੱਕ ਗਵਾਹ ਸੀ ਜਿਹੜੇ ਉਹਨਾਂ ਨੇ ਆਰੋਪ ਲਾਏ ਨੇ ਕਿ ਇੱਥੇ ਤਾਂ 20 25 50 ਕਰੋੜ ਦੀ ਗੱਲ ਹੋ ਰਹੀ ਆ, ਇੱਥੇ ਰਿਸ਼ਵਤ ਦੇਣ ਦੀ ਗੱਲ ਹੋ ਰਹੀ ਆ, ਇੱਥੇ ਕੁਝ ਪੈਸਿਆਂ ਦੇ ਲੈਣ ਦੇਣ ਦੀ ਗੱਲ ਉਹਨਾਂ ਨੇ ਮੰਨੀ ਵੀ ਆ ਕਿ ਮੈਂ ਫਲਾਣੇ ਬੰਦੇ ਤੋਂ ਪੈਸੇ ਲਏ ਆ ਤੇ ਫਲਾਣੀ ਜਗ੍ਹਾ ਤੇ ਛੱਡ ਕੇ ਆਇਆ। ਤੇ ਨਾਲ ਦੀ ਨਾਲ ਫਿਰ ਉਹ ਗੱਲ ਕਿਤੇ ਨਾ ਕਿਤੇ ਆ ਕੇ ਨਾ ਰਾਜਨੀਤੀ ਦੇ ਨਾਲ ਜਾਂ ਭਾਰਤ ਦੀ ਮੌਜੂਦਾ ਰਾਜਨੀਤੀ ਦੇ ਨਾਲ ਜ਼ਰੂਰ ਜੁੜਦੀ ਆ। ਬਿਲਕੁਲ। ਮਹਾਰਾਸ਼ਟਰ ਦੇ ਹੀ ਇੱਕ ਛਗਨ ਭੁਜਬਲ ਵੱਡੇ ਰਾਜਨੀਤੀਵਾਨ ਨੇ, ਬਜ਼ੁਰਗ ਨੇ, 75 ਸਾਲ ਦੀ ਉਹਨਾਂ ਦੀ ਉਮਰ ਆ। ਉਹਨਾਂ ਨੇ ਕਿਹਾ ਕਿ ਜੇਕਰ ਸ਼ਾਹਰੁਖ ਖਾਨ ਨੇ ਬੀਜੇਪੀ ਜੁਆਇਨ ਕਰ ਲਈ ਹੁੰਦੀ ਤਾਂ ਇਹ ਜਿਹੜੀ ਕਹਾਣੀ ਉਹਨਾਂ ਕੋਲ ਫੜੀ ਗਈ ਆ, ਜਿਹੜਾ ਸਮਾਨ ਆ, ਇਹ ਖੰਡ ਦਾ ਪਾਊਡਰ ਬਣ ਜਾਣਾ ਸੀ। ਬਿਲਕੁਲ। ਤੇ ਫਿਰ ਗੱਲ ਇਹ ਵੀ ਹੁੰਦੀ ਆ ਕਿ ਸ਼ਾਹਰੁਖ ਖਾਨ ਕੋਲ ਕਲਕੱਤਾ ਦੀ ਟੀਮ ਆ ਤੇ ਉਹਨਾਂ ਦੇ ਮਮਤਾ ਬੈਨਰਜੀ ਨਾਲ ਸੰਬੰਧ ਨੇ। ਸ਼ਾਹਰੁਖ ਖਾਨ ਦਾ ਬਹੁਤੀਆਂ ਚੀਜ਼ਾਂ ਨੂੰ ਲੈ ਕੇ ਰਾਜਨੀਤੀ ਤੋਂ ਪਰੇ ਰਹਿਣਾ ਜਾਂ ਬੀਜੇਪੀ ਦੇ ਪਾਸੇ 'ਚ ਨਾ ਆਉਣਾ ਵੀ ਉਹਨਾਂ ਦੇ ਮਸਲੇ ਦੇ ਵਿੱਚ ਆ। ਇਹ ਵੀ ਕਿਹਾ ਜਾਂਦਾ, ਪੈਟਰੋਲ ਹੋ ਰਿਹਾ ਕਿ ਅਕਸ਼ੇ ਕੁਮਾਰ ਨਾਲ ਗੱਲ ਕਰ ਲੈਣ ਤੇ ਮਸਲਾ ਜਿਹੜਾ ਸੌਰਟ ਆਊਟ ਹੋ ਸਕਦਾ। ਤੇ ਫਿਰ ਉਹਨਾਂ ਦਾ ਜਿਹੜਾ ਧਰਮ ਆ, ਉਹਨਾਂ ਦਾ ਜਿਹੜਾ ਮਜ਼ਹਬ ਆ, ਉਹ ਵੀ ਮੌਜੂਦਾ ਰਾਜਨੀਤੀ ਦੇ ਵਿੱਚ ਜਿਹੜਾ ਉਹਨੂੰ ਦੂਜੇ ਤਰੀਕੇ ਨਾਲ ਦੇਖਿਆ ਜਾ ਰਿਹਾ। ਅਸੀਂ ਬੀਇੰਗ ਨਾਗਰਿਕ ਜਾਂ ਬੀਇੰਗ ਮੀਡੀਆ ਪਰਸਨ, ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਕਿ ਜੇਕਰ ਕਿਸੇ ਬੰਦੇ ਕੋਲ ਕੋਈ ਗਲਤ ਚੀਜ਼ ਫੜੀ ਗਈ ਆ ਤੇ ਉਹਨੂੰ ਬਰੀ ਕੀਤਾ ਜਾਵੇ। ਬਿਲਕੁਲ। ਪਰ ਕੀ ਉਸੇ ਹੀ ਦਿਨਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ 3 ਜਗ੍ਹਾ ਹੋਰ ਫੜੀ ਗਈ ਆ, ਉਸ ਤੋਂ ਵੱਡੀ ਮਾਤਰਾ 'ਚ ਫੜੀ ਗਈ ਆ। ਕਿ ਉੱਥੇ ਐਨਸੀਬੀ ਦੀ ਕੋਈ ਟੀਮ ਗਈ, ਕਿ ਉੱਥੇ ਕੋਈ ਸੰਜੀਵ ਜਾਂ ਵਾਨਖੜੇ ਭੇਜਿਆ ਗਿਆ, ਜਾਂ ਕੀ ਇਹ ਸਾਰੀ ਜਿਹੜੀ ਘਟਨਾ ਆ ਉਹਨੂੰ ਉਸ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਜਿਹਨੂੰ ਕਿ 16 ਦੇ ਵਿੱਚ ਵਰਲਡ ਇਕਨੋਮਿਕ ਫੋਰਮਸ ਨੇ ਵੀ ਸੱਦਾ ਦਿੱਤਾ, ਉਹਨਾਂ ਨੂੰ ਇਨਾਮ ਵੀ ਦਿੱਤਾ, ਉਹਨਾਂ ਨੂੰ ਉੱਥੇ ਪੁਰਸਕਾਰਤ ਵੀ ਕੀਤਾ ਤੇ ਵਰਲਡ ਇਕਨੋਮਿਕ ਫੋਰਮ ਨੂੰ ਉਹਨਾਂ ਨੇ ਸੰਬੋਧਨ ਵੀ ਕੀਤਾ। ਮੈਂ ਸ਼ਾਹਰੁਖ ਖਾਨ ਦੀ ਗੱਲ ਕਰਦਾ, ਉਹਨਾਂ ਦੇ ਬੇਟੇ 'ਚ ਜੇ ਕੋਈ ਕਮੀ ਹੈਗੀ ਤਾਂ ਉਹਨਾਂ ਦੇ ਉਹਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਦੇਸ਼ ਇੱਕ ਕਾਨੂੰਨ, ਇੱਕ ਦੇਸ਼ ਇੱਕ ਮੰਡੀ, ਤੇ ਫਿਰ ਉੱਥੇ ਜਿਹੜਾ ਵਾਤਾਵਰਣ ਆ ਉਹਦੇ ਵਿੱਚ ਇੰਨਾ ਬਦਲਾਵ ਤੇ ਬੰਦਾ ਦੇਖ ਕੇ ਜਿਹੜੀ ਸਜ਼ਾ ਨਿਰਧਾਰਿਤ ਕਰਨੀ, ਉਹ ਫਿਰ ਉਹਦੇ 'ਚ ਸ਼ੱਕ ਦਾ ਘੇਰੇ ਦੇ ਵਿੱਚ ਸਰਕਾਰ ਵੀ ਆਉਂਦੀ ਆ, ਸਿਸਟਮ ਵੀ ਆਉਂਦਾ, ਅਫਸਰ ਵੀ ਆਉਂਦੇ ਨੇ ਤੇ ਰਾਜਨੀਤੀਵਾਨ ਵੀ ਆਉਂਦੇ ਨੇ। ਜੀ ਸ਼ਰਮਾ ਜੀ, ਰਾਜਨੀਤੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ, ਹੁੰਦੀ ਵੀ ਹੈ, ਕਿਉਂ? ਕਿਉਂਕਿ ਅਸੀਂ ਉਹਦੇ ਤੋਂ ਦੂਰ ਰਹਿ ਨਹੀਂ ਸਕਦੇ, ਸਾਡੀ ਜ਼ਿੰਦਗੀ ਦਾ ਇੱਕ ਬੇਹੱਦ ਜ਼ਰੂਰੀ ਹਿੱਸਾ ਹੈ। ਪਰ ਰਾਜਨੀਤੀ ਹੋਣੀ ਉਸਾਰੂ ਚਾਹੀਦੀ ਹੈ, ਨਾ ਕਿ ਇਹ ਲੋਕਾਂ ਵਾਸਤੇ ਇਹੋ ਜਿਹੀ ਕੋਈ ਚੀਜ਼ ਬਣ ਕੇ ਬਹਿ ਜਾਏ, ਗਲੇ ਦੀ ਹੱਡੀ, ਕਿ ਜਿਨ੍ਹਾਂ ਨੂੰ ਕਹਿੰਦੇ ਉਗਲੇ ਤਾਂ ਅੰਨਾ ਖਾਏ ਤਾਂ ਘੋੜੀ। ਸੋ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਹਰਪ੍ਰੀਤ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।